ਪਿਛਲੇ ਲੰਮੇ ਸਮੇਂ ਤੋਂ ਬ੍ਰੇਨ ਔਨ ਟੀਵੀ ਤੇ ਇਸ਼ਤਿਹਾਰ ਦੇਣ ਲਈ ਕਈ ਜੋਤਿਸ਼ਾਂ, ਤਾਂਤਰਿਕਾਂ ਤੇ ਪੀਰਾਂ ਦੇ ਫੋਨ ਆ ਰਹੇ ਨੇ, ਪਰ ਹਰੇਕ ਵਾਰੀ ਬ੍ਰੇਨ ਔਨ ਟੀਵੀ ਦੀ ਟੀਮ ਵੱਲੋਂ ਬੜੇ ਹੀ ਪਿਆਰ ਅਤੇ ਸਤਿਕਾਰ ਨਾਲ ਮਸ਼ਹੂਰੀ ਕਰਨ ਤੋਂ ਇਨਕਾਰ ਕਰ ਦਿੱਤਾ ਜਾਂਦਾ ਹੈ। ਇਸ ਦੇ ਬਾਵਜੂਦ ਵੀ ਕੁਝ ਲੋਕ ਜ਼ੋਰ ਪਾਉਂਦੇ ਨੇ ਕਿ ਸਾਡੀ ਮਸ਼ਹੂਰੀ ਕਰੋ, ਜਿਸ ਦੇ ਸਦਕਾ ਬ੍ਰੇਨ ਔਨ ਟੀਵੀ ਦੀ ਟੀਮ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਕਿ ਜਿਹੜਾ ਵੀ ਕੋਈ ਜੋਤਸ਼ੀ, ਤਾਂਤਰਿਕ ਜਾਂ ਪੀਰ ਜੇਕਰ ਗੈਰ ਕੁਦਰਤੀ ਤਰੀਕੇ ਨਾਲ ਪੰਜਾਬ ਦੇ ਲੁੱਟੇ ਜਾ ਰਹੇ ਪਾਣੀ ਨੂੰ ਬਚਾ ਲਵੇ ਜਾਂ ਪੰਜਾਬ ਵਿੱਚੋਂ ਨਸ਼ਾ ਖਤਮ ਕਰਵਾਉਣ ਵਿੱਚ ਕਾਰਗਰ ਸਾਬਤ ਹੋਵੇਗਾ ਤਾਂ ਬ੍ਰੇਨ ਔਨ ਟੀਵੀ ਵੱਲੋਂ ਉਸ ਮਹਾਨ ਵਿਅਕਤੀ ਤੇ ਅਸਲੀ ਜੋਤਸ਼ੀ, ਤਾਂਤਰਿਕ ਜਾਂ ਪੀਰ ਦੀ ਮਸ਼ਹੂਰੀ ਸਦਾ ਵਾਸਤੇ ਮੁਫਤ 'ਚ ਕੀਤੀ ਜਾਵੇਗੀ ਤੇ ਅਲੱਗ ਤੋਂ ਮੂੰਹ ਮੰਗੀ ਫੀਸ ਵੀ ਦਿੱਤੀ ਜਾਵੇਗੀ। ਧੰਨਵਾਦ। ਸਤਿ ਸ਼੍ਰੀ ਅਕਾਲ ਜੀ, ਮੈਂ ਜਸਪਾਲ ਸਿੰਘ। ਸਵਾਗਤ ਹੈ ਸਾਰਿਆਂ ਦਾ ਬ੍ਰੇਨ ਔਨ ਟੀਵੀ ਤੇ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇੱਕ ਤੁਕ ਆਉਂਦੀ ਹੈ, ਮਾਥੇ ਤਿਲਕ ਹੱਥ ਮਾਲਾ ਬਾਨਾ, ਲੋਗਨ ਰਾਮ ਖਿਲੌਣਾ ਜਾਣਾ। ਲੋਕਾਂ ਨੇ ਪਖੰਡ ਦੇ ਚੱਕਰ ਦੇ ਵਿੱਚ ਪ੍ਰਮਾਤਮਾ ਨੂੰ ਇੰਨਾ ਕੁ ਨੀਵਾਂ ਜਾਂ ਇੰਨਾ ਕੁ ਹੌਲਾ ਖਿਡੌਣਾ ਸਮਝ ਲਿਆ ਕਿ ਉਹਨਾਂ ਨੇ ਪ੍ਰਮਾਤਮਾ ਦੀ ਕਦਰ ਕਰਨੀ ਹੀ ਛੱਡ ਦਿੱਤੀ, ਕਿਉਂਕਿ ਪ੍ਰਮਾਤਮਾ ਹੀ ਸਾਨੂੰ ਸਾਰਾ ਕੁਝ ਦੇ ਰਿਹਾ। ਮੌਜੂਦਾ ਸਮੇਂ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਦੇ ਨਾਲ ਵੀ ਇਹੀ ਕੁਝ ਹੋ ਰਿਹਾ। ਜਿਸ ਗੁਰੂ ਨੇ ਸਾਨੂੰ ਸਾਰਾ ਕੁਝ ਦਿੱਤਾ, ਆਜ਼ਾਦੀ ਦਿੱਤੀ, ਗੁਲਾਮੀ ਸਾਡੇ ਗਲਾਂ 'ਚੋਂ ਲਾਈ, ਔਰ ਜਿਹੜੀ ਜਾਤ ਪਾਤ ਦੀ ਦਲਦਲ ਸਾਡੇ ਜਿਹਦੇ ਵਿੱਚ ਅਸੀਂ ਖੁੱਭੇ ਪਏ ਸੀ, ਸਮਾਜ ਸਾਰਾ ਪਾਟਿਆ ਪਿਆ ਸੀ, ਉਹਨੂੰ ਇੱਕ ਕੀਤਾ, ਕੁਰਬਾਨੀਆਂ ਦੇ ਦੇ ਕੇ ਇੱਕ ਕੀਤਾ, ਸਾਰਾ ਪਰਿਵਾਰ ਗੁਰੂ ਸਾਹਿਬ ਨੇ ਵਾਰਤਾ। ਅੱਜ ਉਸ ਗੁਰੂ ਗ੍ਰੰਥ ਸਾਹਿਬ ਜੋ ਕਿ 10 ਗੁਰੂਆਂ ਦੀ ਜੋਤ ਆ, ਉਹਦੇ ਉੱਪਰ ਬਾਰ-ਬਾਰ ਹਮਲੇ ਹੋਣਾ, ਇਹ ਉਹੀ ਚੀਜ਼ ਨੂੰ ਦਰਸਾਉਂਦਾ ਕਿ ਲੋਕ ਇੰਨੇ ਕੁ ਲਾਲਚੀ ਹੋ ਚੁੱਕੇ ਨੇ, ਇੰਨੇ ਕੁ ਹੰਕਾਰੀ ਹੋ ਚੁੱਕੇ ਨੇ। ਅੱਜ ਉਸ ਗੁਰੂ ਦੀ ਜਿਹੜੀ ਕਦਰ ਆ ਲੋਕਾਂ ਦੇ ਮਨਾਂ ਦੇ ਵਿੱਚ ਨਹੀਂ ਰਹੀ। ਗੁਰੂ ਨਾਨਕ ਸਾਹਿਬ ਤੋਂ ਕੰਧ ਡੇਗਣ ਤੋਂ ਲੈ ਕੇ 2020 ਤੱਕ ਲਗਾਤਾਰ ਹੀ ਗੁਰੂਆਂ ਦੇ ਉੱਪਰ ਹਮਲੇ ਹੋ ਰਿਹਾ, ਕਿਸੇ ਨਾ ਕਿਸੇ ਰੂਪ ਦੇ ਵਿੱਚ ਹਮਲੇ ਹੋ ਰਿਹਾ। ਸ਼ਹੀਦੀਆਂ ਵੀ ਹੋਈਆਂ ਗੁਰੂਆਂ ਦੀਆਂ। ਅੱਜ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਇੰਨੇ ਮਾੜੇ ਤਰੀਕੇ ਨਾਲ, ਇੰਨੀ ਨਫ਼ਰਤ ਦੇ ਨਾਲ ਹੋ ਰਹੀ ਹੈ ਕਿ ਜਿਹਦਾ ਕੋਈ ਅੰਤ ਨਹੀਂ। ਸਾਰੀ 500 ਸਾਲਾਂ ਦੀ ਸਦੀ ਵਿੱਚ ਵੀ ਇਸ ਤਰੀਕੇ ਦੀ ਨਫ਼ਰਤ ਦੇਖਣ ਨੂੰ ਨਹੀਂ ਮਿਲੀ ਗੁਰੂ ਸਾਹਿਬ ਦੇ ਪ੍ਰਤੀ, ਜਿਹੜੀ ਅੱਜ ਸਾਨੂੰ ਮੌਜੂਦਾ ਸਮੇਂ ਦੇ ਵਿੱਚ ਵੇਖਣ ਨੂੰ ਮਿਲੀ ਆ। ਔਰ ਅਫਸੋਸ ਦੀ ਗੱਲ ਹੈ ਕਿ ਇਹਦੇ ਵਿੱਚ ਸਾਡੀ ਜਿਹੜੀ ਪੰਥਕ ਸਰਕਾਰ ਮੰਨੀ ਜਾਂਦੀ ਸੀ, ਉਹਦਾ ਵੀ ਬੜਾ ਵੱਡਾ ਰੋਲ ਮੰਨਿਆ ਜਾ ਰਿਹਾ। ਔਰ ਉਸ ਤੋਂ ਇਲਾਵਾ ਜਿਹੜਾ ਸ਼੍ਰੋਮਣੀ ਕਮੇਟੀ ਨੇ ਤਾਂ ਉੱਕਾ ਹੀ ਸ਼ਰਮ ਲਾ ਕੇ ਜਿਹੜੇ 267 ਸਰੂਪ ਗਾਇਬ ਕਰ ਦਿੱਤੇ, ਔਰ ਗੋਂਗਲੂਆਂ ਤੋਂ ਮਿੱਟੀ ਝਾੜ ਕੇ ਕਦੀ ਇਹਦੇ ਕੋਲ ਇਨਕੁਆਇਰੀ ਕਰਵਾ ਲਓ, ਕਦੀ ਉਹਦੇ ਕੋਲ ਇਨਕੁਆਇਰੀ ਕਰਵਾ ਲਓ, ਵੰਨ ਸਵੰਨੇ ਬਿਆਨ ਦੇ ਦੇ ਕੇ ਸਿੱਖਾਂ ਦਾ ਸਿਰਫ ਟਾਈਮ ਖਰਾਬ ਕਰ ਰਹੇ ਨੇ ਤਾਂ ਕਿ ਡਿਲੇ ਜਿੰਨਾ ਹੋਈ ਜਾਵੇ, ਸਿੱਖਾਂ ਦੇ ਮਨ ਦੇ ਵਿੱਚੋਂ ਇਹ ਗੱਲ ਮਨਫੀ ਹੋ ਜਾਵੇ ਔਰ ਸਿੱਖ ਆਪੋ ਆਪਣੇ ਕਾਰ ਵਿਹਾਰਾਂ ਦੇ ਵਿੱਚ ਬਿਜ਼ੀ ਹੋ ਜਾਣ, ਜਿਵੇਂ ਅਕਸਰ ਸਿੱਖ ਕਰਦੇ ਆ। ਸੋ ਇਸੇ ਚੀਜ਼ ਦੇ ਉੱਪਰ ਅਸੀਂ ਗੱਲਬਾਤ ਕਰਾਂਗੇ, ਕਿਉਂਕਿ ਮਸਲਾ ਛੋਟਾ ਨਹੀਂ ਹੈ। 267 ਸਰੂਪ ਗਾਇਬ ਹੋਏ ਨੇ ਔਰ ਇਹਦਾ ਇਨਸਾਫ ਸਿੱਖਾਂ ਨੂੰ ਨਹੀਂ ਮਿਲ ਰਿਹਾ। ਇਹ ਸਰਸੇ ਵਾਲੇ ਨਾਲੋਂ ਹੀ ਵੱਡਾ ਗੁਨਾਹ ਸ਼੍ਰੋਮਣੀ ਕਮੇਟੀ ਕਰ ਰਹੀ ਹੈ ਜੇ ਇਸ ਤਰੀਕੇ ਦਾ ਜਿਹੜਾ ਪਾਪ ਸ਼੍ਰੋਮਣੀ ਕਮੇਟੀ ਜੇ ਇਨਕੁਆਇਰੀ ਨਹੀਂ ਕਰਵਾ ਰਹੀ। ਸੋ ਮੈਂ ਉਸ ਬਾਬਤ ਹੀ ਅਸੀਂ ਗੱਲਬਾਤ ਕਰਾਂਗੇ ਭਾਈ ਰਣਜੀਤ ਸਿੰਘ ਜੀ ਨਾਲ। ਭਾਈ ਸਾਹਿਬ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ, ਵਿਸ਼ਾ ਬੜਾ ਗੰਭੀਰ ਆ ਔਰ ਮੈਨੂੰ ਨਹੀਂ ਲੱਗਦਾ ਕਿ ਇਹਦੇ ਵਿੱਚ ਕਿਸੇ ਕਿਸਮ ਦਾ ਵੀ ਕੋਈ ਲਿਹਾਜ਼ ਕਿਸੇ ਨਾਲ ਹੋਣਾ ਚਾਹੀਦਾ ਹੈ, ਕਿਉਂਕਿ ਮਸਲਾ ਸਿੱਖਾਂ ਦੇ ਗੁਰੂ ਦਾ ਹੈ ਜੀ। ਔਰ ਜਿਸ ਗੁਰੂ ਨੇ ਮੈਂ ਪਹਿਲਾਂ ਜ਼ਿਕਰ ਕਰ ਚੁੱਕਾ ਕਿ ਸਾਨੂੰ ਸਾਰਾ ਕੁਝ ਦਿੱਤਾ। ਜੇ ਅੱਜ ਗੁਰੂ ਗ੍ਰੰਥ ਸਾਹਿਬ ਦੀ ਜੋਤ, ਜੇ 10 ਗੁਰੂਆਂ ਦੀ ਜੋਤ ਨਾ ਹੁੰਦੀ ਜਾਂ ਗੁਰੂ ਨਾਨਕ ਸਾਹਿਬ ਨਾ ਹੁੰਦੇ ਤਾਂ ਸਾਡੀ ਦੁਰਦਸ਼ਾ ਤੁਹਾਨੂੰ ਪਤਾ ਵੀ ਕਿਹੋ ਜਿਹੀ ਹੋਣੀ ਸੀ ਅੱਜ ਦੀ ਹਾਲਤ ਦੇ ਵਿੱਚ। ਸੋ ਉਸ ਗੁਰੂ ਦੇ ਉੱਪਰ ਹਮਲੇ ਹੋ ਜਾਣਾ ਔਰ ਉਹਨੂੰ ਬੜਾ ਲਾਈਟਲੀ ਜਿਹਾ ਲੈ ਲੈਣਾ ਸ਼੍ਰੋਮਣੀ ਕਮੇਟੀ ਵੱਲੋਂ, 267 ਸਰੂਪ ਗਾਇਬ ਹੋ ਜਾਣੇ। ਤੁਸੀਂ ਕੀ ਮੰਨਦੇ ਹੋ ਕਿ 267 ਸਰੂਪ ਜਿਹੜੇ ਸੀ ਗਾਇਬ ਹੋ ਗਏ, ਉਹ ਕਿਸੇ ਮਨੁੱਖੀ ਗਲਤੀ ਕਾਰਨ ਕਿਸੇ ਵੇਲੇ ਪਰਚੀਆਂ ਨਹੀਂ ਭਰੀਆਂ ਜਾਂਦੀਆਂ ਨਾ, ਜਾਂ ਮਤਲਬ ਕੋਈ 19-21 ਕੋਈ ਗੱਲ ਹੋ ਜਾਂਦੀ ਹੈ ਤਾਂ ਚਲੋ ਇੱਕ ਆਪਾਂ ਮਨੁੱਖੀ ਗਲਤੀ ਮੰਨ ਲੈਂਦੇ ਆ। ਇਹ ਮਨੁੱਖੀ ਗਲਤੀ ਹੈ ਜਾਂ ਇਹ ਜਾਣ ਬੁੱਝ ਕੇ ਕੁਝ ਕੀਤਾ ਗਿਆ ਸ਼੍ਰੋਮਣੀ ਕਮੇਟੀ ਵੱਲੋਂ ਇੱਕ ਪਾਪ ਆ? ਨਹੀਂ, ਇੱਕ ਨਾ ਤੇ ਮਨੁੱਖੀ ਗਲਤੀ ਹੋਈ ਆ, ਕਿਉਂਕਿ ਇਹਦਾ ਪ੍ਰੋਸੈਸ ਬੜਾ ਲੰਬਾ ਜੀ, ਤੇ ਨਾ ਹੀ ਇਹ ਜਾਣ ਬੁੱਝ ਕੇ ਬੇਅਦਬੀ ਕਰਨ ਲਈ, ਦਿਖਾਵੇ ਲਈ ਇਹ ਢੋਂਗ ਰਚਿਆ ਕੋਈ ਜੀ। ਇਹ ਲਿਹਾਜ਼ ਪਾਲਿਆ ਗਿਆ, ਲਿਹਾਜ਼ ਕਿਤੇ ਨਾ ਕਿਤੇ ਕਿਸੇ ਨੂੰ ਖੁਸ਼ ਕੀਤਾ ਗਿਆ। 267 ਸਰੂਪ ਦੇ ਗਏ। ਹਾਂ, ਤੋ ਇਹ ਹੁੰਦਾ ਆ ਪਹਿਲਾਂ ਵੀ। ਇਹ ਇਹਨਾਂ ਨੇ ਪ੍ਰਬੰਧਕ ਕਮੇਟੀ ਨੇ ਕੈਨੇਡਾ ਇੱਕ ਸਰੂਪ ਭੇਜੇ ਬੱਸ ਪੂਰੀ ਭਰ ਕੇ, ਤੇ ਉਹ ਬੱਸ ਜਦੋਂ ਏਅਰਪੋਰਟ ਤੇ ਸ਼ਿਪ ਰਾਹੀਂ ਜਦੋਂ ਚਲੇ ਗਏ ਸਰੂਪ, ਤੇ ਬੱਸ ਦੇ ਵਿੱਚ ਉਹ ਰੱਖ ਲਏ ਉਤਾਰ ਕੇ, ਤੇ ਉਹ ਸ਼ਿਪ ਤੋਂ ਉਤਾਰ ਕੇ ਬੱਸ 'ਚ ਰੱਖ ਲਏ, ਤੇ ਬੱਸ 'ਚੋਂ ਅੱਗੇ ਨਹੀਂ ਸੀ ਜਾ ਰਹੇ। 2 ਦਿਨ ਹੋ ਗਏ ਜੀ। ਇਹ ਕੈਨੇਡਾ ਦੀ ਬੰਦਰਗਾਹ ਦੀ ਗੱਲ ਜੀ। तो क्यों नहीं जा रहे? क्योंकि उत्थे एक लीडर नहीं सी पहुंचा जिन्हें दिखा के ते नगर कीर्तन बना के ले जाना सी। जी जी जी। तो फिर जदों लोकां नूं पता लगा भी ये गुरु महाराज दे स्वरूप उत्थे रुलदे पए ने ते किहदी वेट कर रहे जी,
तो ਉਹ ਫਿਰ ਇੱਕ ਰੇਡੀਓ ਨੇ ਇੱਕ ਤਾਨਾ ਮਾਰਿਆ ਕਿ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਡੀਕ ਰਹੇ ਨੇ ਇੱਕ ਲੀਡਰ ਨੂੰ ਕਿ ਉਹ ਇੰਡੀਆ ਤੋਂ ਆਵੇ ਤੇ ਸਾਡੀ ਅਗਵਾਈ ਕਰੇ ਜੀ ਤੇ ਫਿਰ ਸਾਨੂੰ ਲੈ ਕੇ ਜਾਵੇ ਜੀ ਫਿਰ ਉਹਨਾਂ ਨੂੰ ਸ਼ਰਮ ਆਈ ਫਿਰ ਉਹ ਲੈ ਕੇ ਗਏ ਜੀ ਇਹ ਲਾਪਰਵਾਹੀਆਂ ਇਹ ਜਾਣਬੁੱਝ ਕੇ ਨਹੀਂ ਇਹ ਪ੍ਰੀ ਪਲਾਨਡ ਨੇ ਜਾਂ ਗੁਰੂ ਦਾ ਭੈ ਹੀ ਹੈ ਨਹੀਂ ਜੀ ਹੈ ਨਹੀਂ ਕਿਤੇ ਤੇ ਬੁੱਲੇ ਸ਼ਾਹ ਵਰਗੇ ਕਹਿ ਗਏ ਨਾ कहूँ अब की ना कहूँ तब की जी 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 अगर न होते गुरु गोबिंद सिंह सुन्नत होती सब बिल्कुल जी बिल्कुल तो छाए जाती एकता अनेकता बुलाए जाती होती कुचीलता कतेबन कुरान की ये कवि संतोख सिंह जी लिखते हैं तो ये कुर्बानी किते तेग बहादुर गाजी हो बुੱਲੇ ਸ਼ਾਹ ਲਿਖਦੇ ਆ ਜੀ ਇਹਦੀਆਂ ਏਡੀਆਂ ਵੱਡੀਆਂ ਸ਼ਹਾਦਤਾਂ ਹੋਈਆਂ ਪਰ ਇਹਨਾਂ ਨੂੰ ਅਹਿਸਾਸ ਨਹੀਂ ਪੈਸੇ ਲੁੱਟਣ ਤੋਂ ਬਿਨਾਂ ਜੀ ਇਹ ਜਿਹੜੇ 267 ਸਰੂਪ ਨੇ ਹੁਣ ਸਾਡੇ ਮੈਂ ਤੁਹਾਨੂੰ ਇੱਕ ਹੋਰ ਗੱਲ ਕਰਨ ਜਾ ਰਿਹਾ ਜੀ ਪਹਿਲੀ ਵਾਰੀ ਮੇਰੇ ਕਿਸੇ ਹੋਰ ਨੇ ਅਜੇ ਤੱਕ ਸ਼ੰਕਾ ਕੀਤਾ ਤੇ ਨਾ ਕਿਸੇ ਟੀਵੀ ਨੇ ਇਹਨੂੰ ਜ਼ਾਹਰ ਕੀਤਾ ਜੀ ਪਹਿਲੀ ਵਾਰੀ ਮੈਂ ਤੁਹਾਨੂੰ ਦੱਸ ਰਿਹਾ ਕਿ ਇਹ ਅੱਜ ਫਿਰ ਅਕਾਲ ਤਖਤ ਦਾ ਮਿਸਯੂਜ਼ ਕਰਕੇ ਬਾਦਲ ਸਿੱਖ ਕੌਮ ਦੀਆਂ ਅੱਖਾਂ 'ਚ ਘੱਟਾ ਪਾਉਣ ਜਾ ਰਿਹਾ ਜੀ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਉਹਦਾ ਰਿਜ਼ਲਟ ਮਿਲੂਗਾ ਜੀ ਉਹ ਕਿਵੇਂ ਮਤਲਬ ਇੱਕ ਤਾਂ ਕਿਸੇ ਅਥਾਰਟੀ ਨੇ ਕਿਸੇ ਪਾਰਟੀ ਨੇ ਇਹ ਡਿਮਾਂਡ ਕੀਤੀ ਕਿ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜਿਹੜੇ ਨੇ ਇਹਨਾਂ ਦੀ ਜਾਂਚ ਸੀਬੀਆਈ ਤੋਂ ਹੋਣੀ ਚਾਹੀਦੀ ਜੀ ਸੀਬੀਆਈ ਤੋਂ ਨਾ ਕਰੋ ਪੰਜਾਬ ਪੁਲਿਸ ਤੋਂ ਕਰਾ ਲਓ ਰਿਟਾਇਰ ਜੱਜ ਤੋਂ ਕਰਾ ਲਓ ਲੇਕਿਨ ਡਰੋ ਕਿਉਂ ਜੀ ਜੇ ਤੁਹਾਡੇ ਮਨ 'ਚ ਵਹਿਮ ਨਹੀਂ ਭਰਮ ਨਹੀਂ ਕੋਈ ਤੁਸੀਂ ਕਿਤੇ ਗਲਤ ਨਹੀਂ ਤਾਂ ਕਿਉਂ ਡਰਦੇ ਹੋ ਜੀ ਤੁਸੀਂ ਉਲਟਾ ਕਹੋ ਜੀ ਕਿਉਂ ਕਿਹਾ ਗਿਆ ਇਹ ਐ ਕਿ ਡਿਮਾਂਡ ਕਿਉਂ ਕੀਤੀ ਗਈ ਕਮੇਟੀ ਨੂੰ ਕਿਉਂ ਨਹੀਂ ਦੱਸਿਆ ਗਿਆ ਜੀ ਤੁਸੀਂ ਅਗਰ ਪਾਪ ਕਰਦੇ ਹੋ ਤੇ ਉਹਨੂੰ ਢੱਕਣ ਦਾ ਕੰਮ ਸਿੱਖ ਦਾ ਸਿੱਖ ਉਹਨੂੰ ਢੱਕਣ ਲਈ ਬੈਠੇ ਜੀ 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 ਅੱਜ ਉਹ ਉਸੇ ਜਗ੍ਹਾ ਤੇ ਆ ਕੇ ਕਮੇਟੀਆਂ ਬਣਾ ਫਿਰ ਬਣਾ 16 ਤੋਂ ਲੈ ਕੇ ਜੀ 3 ਕਮੇਟੀਆਂ ਬਣ ਚੁੱਕੀਆਂ ਜੀ ਤੀਜੀ ਕਮੇਟੀ ਤੋਂ ਬਾਅਦ ਬੜੇ ਅਜੀਬ ਜਿਹੇ ਢੰਗ ਨਾਲ ਇਹ ਅਕਾਲ ਤਖਤ ਨੂੰ ਦੇ ਦਿੱਤਾ ਗਿਆ ਜੀ ਕਿ ਜੀ ਤੁਸੀਂ ਜੱਜ ਨਿਯੁਕਤ ਕਰੋ ਮੈਂ ਪਹਿਲਾਂ ਵੀ ਕਿਹਾ ਸੀਗਾ ਕਿ ਹੁਣ ਸਾਡੇ ਜਥੇਦਾਰ ਜੀ ਪੁੱਛ ਰਹੇ ਨੇ ਬਾਦਲ ਨੂੰ ਕਿ ਤੇਰਾ ਨਜ਼ਦੀਕੀ ਕੌਣ ਆ ਜਿਹੜਾ ਤੈਨੂੰ ਬਚਾ ਲਵੇ ਜੀ ਉਹ ਜੱਜ ਦਾ ਨਾਮ ਪੁੱਛ ਰਹੇ ਨੇ ਜੀ ਜੇ ਨਹੀਂ ਤੇ ਫਿਰ ਜਸਟਿਸ ਕੁਲਦੀਪ ਸਿੰਘ ਆ ਜਸਟਿਸ ਰਣਜੀਤ ਸਿੰਘ ਆ ਜਸਟਿਸ ਸਾਰੋਂ ਨੇ ਜੀ 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 ਇਹ ਕੋਈ ਵੀ ਨਿਯੁਕਤ ਕੀਤਾ ਜਾ ਸਕਦਾ ਕਿਉਂ ਨਹੀਂ ਕਰਦੇ ਜੀ ਲੇਕਿਨ ਅੱਜ ਜਿਹੜਾ ਜੋ ਕੁਝ ਹੋ ਰਿਹਾ ਉਹਦਾ ਰਿਜ਼ਲਟ ਬੜਾ ਮਾੜਾ ਆਉਣ ਵਾਲਾ ਹੈ ਉਹ ਨਮੋਸ਼ੀ ਵਾਲਾ ਹੈ ਉਹ ਸਿੱਖਾਂ ਨੂੰ ਬੇਵਕੂਫ ਬਣਾਉਣ ਵਾਲਾ ਹੈ ਉਹ ਗੁਰੂ ਨਾਲ ਮਜ਼ਾਕ ਕਰਨ ਵਾਲਾ ਜੀ 267 ਸਰੂਪ ਛਾਪ ਕੇ ਬੈਂਡਿੰਗ ਹਾਊਸ ਦੇ ਵਿੱਚ ਪਹੁੰਚਾ ਦਿੱਤੇ ਗਏ ਜੀ ਤਰਨਤਾਰਨ ਰੋਡ ਤੇ ਉਥੋਂ ਬੈਂਡਿੰਗ ਹੋ ਕੇ ਵਾਪਸ ਆ ਗਏ ਤਿਆਰ ਨੇ ਜੀ ਹੁਣ ਉਹਨਾਂ ਦੀ ਰਿਪੋਰਟ ਤਿਆਰ ਹੋਊਗੀ ਕਿ ਉਹ ਤੇ ਪੂਰੇ ਹੀ ਸੀ ਜੀ ਕੋਈ ਗਾਇਬ ਹੀ ਨਹੀਂ ਹੋਇਆ ਅੱਛਾ ਜੀ ਇਹ ਰਿਜ਼ਲਟ ਆਊਗਾ ਹੁਣ ਇਨਕੁਆਰੀ ਦੇ ਵਿੱਚ ਇਹ ਹੋਣ ਜਾ ਰਿਹਾ ਸਾਡੇ ਨਾਲ ਇਹ 267 ਸਰੂਪ ਨਵੇਂ ਛਾਪਣਗੇ ਨਹੀਂ ਛਾਪ ਲੈ ਬੈਂਡਿੰਗ ਹਾਊਸ ਗਏ ਤਰਨਤਾਰਨ ਜੀ ਜੀ ਉਥੋਂ ਬੈਂਡਿੰਗ ਹੋ ਕੇ ਵਾਪਸ ਆ ਗਏ ਜੀ ਹੁਣ ਉਹਨਾਂ ਨੂੰ ਤਿਆਰ ਕਰ ਲਿਆ ਹੁਣ ਜਿਹੜਾ ਇਹਨਾਂ ਨੇ ਇਹ ਮਖਨਾਤੀਸ ਲੱਭਾ ਜਿਹੜਾ ਜੀ ਉਹਦੇ ਨਾਲ ਉਹਨੂੰ ਛੁਆ ਕੇ ਤੇ ਇਹ ਰਿਪੋਰਟ ਪੇਸ਼ ਕਰਨਗੇ ਉਹ ਤੇ ਪੂਰੇ ਆ ਜੀ ਕੋਈ ਗਾਇਬ ਵੀ ਨਹੀਂ ਹੋਇਆ ਜਿਹੜੇ ਪਹਿਲਾਂ ਮੰਨ ਚੁੱਕੇ ਆਲਰੇਡੀ 14 ਸਰੂਪ ਉਹਦੇ ਨਾਲ ਕੀ ਫਰਕ ਉਹ 14 ਸਰੂਪ ਤੇ ਸਰਕਟ ਸ਼ਾਟ ਹੋਇਆ ਜੀ ਉਹ ਸਰਕਟ ਸ਼ਾਟ ਵੀ ਹੋਇਆ ਜਾਂ ਕੀਤਾ ਗਿਆ ਜੀ ਇਹ ਵੀ ਕਲੀਅਰ ਨਹੀਂਗਾ ਕਿਉਂਕਿ ਕਮੇਟੀ ਨਹੀਂ ਬਣੀ ਕੋਈ ਜੀ 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 ਜਿਹੜੇ ਟੀਵੀ ਕੈਮਰੇ ਸੀ ਉਹਨਾਂ ਦੀ ਰਿਪੋਰਟ ਲਗਾ ਲਈ ਜੀ ਖਤਮ ਕਰਤੀ ਜਿਹੜੀ ਕਮੇਟੀ ਬਣਾਈ ਉਹਨੇ ਰਿਜ਼ਲਟ ਹੀ ਨਹੀਂ ਦਿੱਤਾ ਕੋਈ ਅਜੇ ਤੱਕ 16 ਤੋਂ ਲੈ ਕੇ ਅੱਜ ਤੱਕ ਨਹੀਂ ਦਿੱਤਾ ਤੋ ਇਹ ਅੱਜ ਜਿਹੜਾ ਨਾ ਨਵੇਂ ਸਿਰੋਂ ਇੱਕ ਮਜ਼ਾਕ ਹੋਣ ਜਾ ਰਿਹਾ ਸਾਡੇ ਨਾਲ ਜੀ ਜੇ ਉਸੇ ਪਲਾਨਿੰਗ ਤੇ ਹੋਇਆ ਤੇ 267 ਸਰੂਪ ਛਾਪ ਲਏ ਨੇ ਜੀ ਤੇ ਬੈਂਡਿੰਗ ਹਾਊਸ ਜਾ ਚੁੱਕੇ ਜੀ ਉਥੋਂ ਮੇਰਾ ਖਿਆਲ ਆ ਚੁੱਕੇ ਨੇ ਵਾਪਸ ਬੈਂਡਿੰਗ ਹੋ ਕੇ ਠੀਕ ਹੈ ਜੀ ਤੇ ਹੁਣ ਉਹਨਾਂ ਤੇ ਰਮਾਲੇ ਪੈ ਗਏ ਨੇ ਹੁਣ ਉਹ ਜਿਹੜਾ ਇਹਨਾਂ ਨੇ ਲੱਭਾ ਜੱਜ ਜਾਂ ਜਿਹੜਾ ਅਧਿਕਾਰੀ ਉਹ ਉਹਨਾਂ ਦੀ ਗਿਣਤੀ ਕਰਕੇ ਕਹੂਗਾ ਇਹ ਤੇ ਪੂਰੇ ਆ ਤੁਹਾਨੂੰ ਕਿਹਨੇ ਕਿਹਾ ਗਲਤ ਹੈ ਜੀ 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 ਜਿਹੜੀ ਮੰਨ ਲਓ ਛਪਾਈ ਹੋਈ ਆ ਤਾਂ ਇਹਦਾ ਕੋਈ ਹਿਸਾਬ ਦਾ ਨਹੀਂ ਲੱਗ ਸਕਦਾ ਕਿ ਕਿੰਨੇ ਪੇਪਰ ਕਿੱਦਾਂ ਆਏ ਕਿੰਨੇ ਛਪਾਈ ਦਾ ਕੁਝ ਦੇਖੋ ਇਹ ਜਦੋਂ ਪਹਿਲਾਂ ਸ਼ਬਦ ਆ ਸਰੂਪ ਤੇ ਉੱਥੇ ਨੰਬਰ ਲੱਗਦਾ ਆ ਸੀਰੀਅਲ ਨੰਬਰ ਲੱਗਦਾ ਪਰ ਜੇ ਤੁਹਾਡੀ ਨੀਅਤ ਬਾਧਿਆ ਤੇ ਨਾ ਲਾਓ ਜੀ ਇਹ
ਪੁੱਛਣ ਵਾਲਾ ਕੌਣ ਹੈ? ਜੀ 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 ਵੀ ਜਦੋਂ ਤੁਸੀਂ ਮਾਲਕ ਆਪ ਹੋ, ਗੁਰੂ ਗ੍ਰੰਥ ਸਾਹਿਬ ਦੀ ਛਪਾਈ ਦੀ ਜਿਹੜਾ ਪੇਪਰ ਆਉਂਦਾ 2 ਟਰੱਕ ਆਉਂਦਾ, ਇੱਕ ਦੇ ਪੈਸੇ ਜਾਂਦੇ ਆ, ਟਰੱਕ ਨਹੀਂ ਆਉਂਦਾ। ਜੀ, ਜੇ ਇਹ ਹਰਾਮਪੁਰਾ ਹੋ ਸਕਦਾ ਹੈ, ਜੀ। ਇਹ ਖਾ ਸਕਦੇ ਨੇ, ਤੇ ਇਹ ਕਿਉਂ ਨਹੀਂ ਹੋ ਸਕਦਾ? ਜੀ ਤੋ ਇਹ ਛਾਪੇ ਗਏ ਨੇ, ਹੋ ਸਕਦਾ ਸੀਰੀਅਲ ਨੰਬਰ ਉਹ ਪਾਏ ਹੋਣ ਪਹਿਲੇ, ਜੀ ਤੋ ਜਿਹੜੇ ਘਟੇ ਨੇ, ਜੀ। ਤੋ ਲੇਕਿਨ ਇਹ ਹੋ ਚੁੱਕਾ। ਇਹ ਹੁਣ ਇਹ ਕਦੋਂ ਸਿੱਖ ਕੌਮ ਨੂੰ ਬੇਵਕੂਫ ਬਣਾਉਂਦੇ ਨੇ, ਮੈਂ ਉਹਦੀ ਵੇਟ ਕਰ ਰਿਹਾ, ਦੇਖ ਰਿਹਾ। ਮੈਂ ਤੁਹਾਨੂੰ ਮਾੜਾ ਟੋਕਦਾ ਕਿ ਜਿਹੜੇ ਜਥੇਦਾਰ ਮੌਜੂਦਾ ਅਕਾਲ ਤਖਤ ਦੇ ਗਿਆਨੀ ਹਰਪ੍ਰੀਤ ਸਿੰਘ ਜੀ, ਉਹ ਤਾਂ ਬੜੇ ਸਿੰਸੀਅਰ ਲੱਗਦੇ ਨੇ, ਜਾਪਦੇ ਵੀ ਨੇ ਗੱਲਾਂ ਬਾਤਾਂ ਤੋਂ, ਬੋਲ ਚਾਲ ਤੋਂ। ਕੀ ਉਹ ਵੀ ਹੁਣ ਸਿੱਖਾਂ ਦੇ ਇਦਾਂ ਮਤਲਬ ਭਾਵਨਾਵਾਂ ਨਾਲ ਖੇਡਣਗੇ? ਸੰਸੀਅਰ ਤੇ ਬਾਦਲ ਵੀ ਬਹੁਤ ਹੈ ਜੀ, ਬਹੁਤ ਘੱਟ ਬੋਲਦਾ ਜੀ ਕਦਾ, ਮੈਨੂੰ ਤਾਂ ਪਤਾ ਹੀ ਨਹੀਂ ਜੀ, ਮੈਂ ਤਾਂ ਦੇਖਿਆ ਨਹੀਂ ਜੀ, ਮੈਂ ਤੇ ਹਿੱਸਾ ਹੀ ਨਹੀਂ ਲੈਂਦਾ ਜੀ, ਤੇ ਕਰੀ ਸਾਰਾ ਕੁਝ ਜਾਂਦਾ, ਬੇੜਾਗਰ ਕਰਨ ਵਾਲਾ ਹੀ ਉਹ ਪਤਾਮਾ। ਜੀ ਤੋ ਇਹ ਸੰਸੀਅਰ ਜਿਹੜੇ ਨੇ, ਇਹ ਜਿੰਨੇ ਉੱਤੋਂ ਸੰਸੀਅਰ ਲੱਗਦੇ ਨੇ, ਉਨੇ ਹੀ ਅੰਦਰੋਂ ਇਹਨਾਂ ਦੇ ਅੰਦਰ ਹਲਚਲ ਆ, ਇਹਨਾਂ ਦੇ ਅੰਦਰ ਕਾਣ ਆ, ਇਹਨਾਂ ਦੇ ਅੰਦਰ ਤੂਫਾਨ ਆ। ਜੀ, ਇਹ ਸਹਿਜ ਦੇ ਵਿੱਚ ਨਹੀਂ, ਜੀ, ਇਹ ਗੁਰੂ ਨਾਲ ਇਹਨਾਂ ਦੀ ਕਮਿਟਮੈਂਟ ਨਹੀਂ। ਜੀ, ਇਹ ਲਿਫਾਫਿਆਂ ਦੇ ਚੱਕਰ 'ਚ ਆਪਣੀ ਜ਼ਿੰਦਗੀ ਆਪ ਵੀ ਬਰਬਾਦ ਕਰ ਰਹੇ ਤੇ ਕੌਮ ਨੂੰ ਵੀ ਰੋਲਦੇ ਪਏ। ਜੀ ਮੈਂ ਉਹਦਾ, ਮੈਨੂੰ ਜਦੋਂ ਦਾ ਇਹ ਪਤਾ ਲੱਗਾ, ਮੈਂ ਮਹਿਸੂਸ ਕਰ ਰਿਹਾ ਕਿ ਅਕਾਲ ਤਖਤ ਦਾ ਕੀ ਰਹੂਗਾ, ਤੇ ਗੁਰੂ ਮਹਾਰਾਜ ਦੇ ਸਰੂਪ ਜਿਹੜੇ ਘਟੇ ਸੀ, ਜਿਨ੍ਹਾਂ ਲਈ ਅਸੀਂ ਇਹਨਾਂ ਦੁਹਾਈ ਪਾਈ ਕਿ ਜਾਂਚ ਹੋਵੇ, ਕਮੇਟੀ ਨੇ ਵੀ ਕਮੇਟੀਆਂ ਬਣਾਈਆਂ, ਫਿਰ ਉਹਨੂੰ ਉਹ ਜਿਹੜਾ ਰਿਟਾਇਰ ਹੋਇਆ ਮੁਲਾਜ਼ਮ, ਉਹਨੂੰ ਵੀ ਕਿਹਾ ਗਿਆ ਕਿ ਤੂੰ 5 ਲੱਖ ਤੇਰਾ ਅਸੀਂ ਕੱਟ ਲੈਨੇ, 10 ਲੱਖ ਕੈਸ਼ ਲੈ ਲਾ। ਜੀ, ਤੇ ਉਹ ਕਹਿੰਦਾ ਇਹ ਗੁਨਾਹ ਮੈਂ ਕਿਉਂ ਕਰਾਂ, ਜੀ, ਵੀ ਇਹ ਤੇ ਬਲੇਮ ਆ ਗਿਆ ਮੇਰੇ ਤੇ। ਜੀ, ਤੋ ਮਜ਼ੇ ਦੀ ਗੱਲ ਇਹ ਆ ਕਿ ਕਦੀ ਵੀ ਜਿਹੜੇ ਫੜੇ ਜਾਂਦੇ ਨੇ ਮੈਨੇਜਰ ਚੋਰੀ ਕਰਦੇ, ਜੀ, ਉਹਨਾਂ ਤੋਂ ਪੈਸੇ ਵਸੂਲ ਲੈ ਜਾਂਦੇ ਨੇ ਤੇ ਉਸੇ ਤਨਖਾਹ ਤੇ ਕੰਮ ਕਰਦੇ ਨੇ। ਅੱਛਾ ਜੀ। ਇਹ ਸਾਡੀ ਕਮੇਟੀ ਦੀ ਰੀਤ ਆ। ਜੀ। ਮੈਂ ਇੱਕ ਹਰਿਆਣੇ ਦਾ ਕੇਸ ਆ, ਹਰਿਆਣਾ ਜੀਨ ਤੇ ਤਮਲਾਨ ਸਾਹਿਬ ਗੁਰਦੁਆਰਾ, ਉੱਥੇ ਘੋੜੇ ਸੀ ਪ੍ਰਬੰਧਕ ਕਮੇਟੀ ਦੇ, ਜੀ, ਉਹ ਤਵੇਲੇ 'ਚ 2 ਘੋੜੇ ਵੇਚ ਗਿਆ ਮੈਨੇਜਰ। ਅੱਛਾ ਜੀ, ਠੀਕ ਹੈ। ਤੇ ਉਹ ਘੋੜੇ ਵੇਚ ਗਿਆ, ਤੇ ਉਹ ਪ੍ਰਬੰਧਕ ਕਮੇਟੀ ਕੋਲ ਜੋ ਸ਼ਿਕਾਇਤ ਗਈ, ਤੇ ਉਹਨੂੰ 3 ਲੱਖ ਰੁਪਇਆ ਜੁਰਮਾਨਾ ਪਾਤਾ। ਅੱਛਾ ਜੀ, 3 ਲੱਖ ਰੁਪਏ ਉਹਦੇ ਕੱਟ ਲਏ, ਤੇ ਫਿਰ ਉਸੇ ਤਰ੍ਹਾਂ ਹੀ ਕੰਮ ਕਰ ਰਿਹਾ। ਉਹ ਜੁਰਮਾਨਾ ਕਾਗਜ਼ਾਂ 'ਚ ਪਾਇਆ ਕਿ ਜ਼ੁਬਾਨੀ ਇਹ ਹੁਣ ਇਹਨਾਂ ਨੂੰ ਪਤਾ ਵੀ ਜਾਂ ਉਹ ਕਹਿ ਦੇਣਗੇ ਵੀ ਇਹ ਗਰੀਬ ਆਦਮੀ ਨੂੰ ਮਾਫ ਕੀਤਾ ਜਾਂਦਾ, ਜੀ, ਪੈਸੇ ਲੈ ਲੈਣੇ ਆ, ਜਿਵੇਂ ਜ਼ਮੀਨਾਂ ਦੇ ਹੁੰਦੇ ਨੇ ਜੀ, ਠੇਕੇ। ਜੀ, 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 ਫਿਰ ਉਹਨੇ ਬਰਸੀਨ ਸੀਗੀ, ਉਹ ਵੇਚ ਦਿੱਤੀ। ਜੀ, ਹਾਂਜੀ, ਜੀ। ਤੋ ਉਹਨੂੰ ਦੂਸਰੇ ਗੁਰਦੁਆਰੇ ਭੇਜਦੇ, ਇਧਰ ਨੂੰ ਉਧਰ ਭੇਜ ਦਿੰਦੇ, ਚੱਕਰ ਲਵਾਈ ਜਾਂਦੇ ਆ, ਤੇ ਤਨਖਾਹ ਉਸੇ ਦੇ ਕੰਮ ਕਰਦੇ। ਇਹ ਸਾਡੀ ਕਮੇਟੀ ਦਾ ਅਜੀਬ ਤਰੀਕਾ, ਜੀ, ਕਿਸੇ ਨੂੰ ਸਜ਼ਾ ਨਹੀਂ ਮਿਲਦੀ, ਜੀ, ਤੋ ਖੁੱਲ੍ਹੇਆਮ ਚੱਲ ਰਿਹਾ। ਇੰਨੀ ਕਰਪਸ਼ਨ ਕਿਤੇ ਸਰਕਾਰੀ ਅਦਾਰੇ 'ਚ ਨਹੀਂ ਦੇਖੀ ਜਿੰਨੀ ਕਮੇਟੀ 'ਚ ਚੱਲ ਰਹੀ। ਭਾਈ ਸਾਹਿਬ, ਜਿਵੇਂ ਮੈਂ ਗੱਲ ਕੀਤੀ ਪਹਿਲਾਂ ਹੀ ਕਿ ਮਾਥੇ ਤਿਲਕ ਹੱਥ ਮਾਲਾ ਜੀ, ਬਾਨਾ, ਲੋਗਨ ਜੀ। ਰਾਮ ਖਿਲੌਣਾ ਜਾਣਾ। ਜੀ, ਗੁਰੂ ਗ੍ਰੰਥ ਸਾਹਿਬ ਦਾ ਕਸੂਰ ਕੀ ਆ? ਕੋਈ ਹੋਰ ਬੇਗਾਨਾ ਦੁਸ਼ਮਣ ਦਾ ਕਰੇ, ਚਲੋ ਦੁਸ਼ਮਣ ਦਾ ਕੰਮ ਹੀ ਵਾਰ ਕਰਨਾ, ਬਿਲਕੁਲ। ਉਹਨੇ ਆਪਣੀ ਦੁਸ਼ਮਣੀ ਦਾ ਬਦਲਾ ਲੈਣਾ, ਉਹਨੇ ਚਿੜ ਕੱਢਣੀ ਹੈ। ਲੇਕਿਨ ਜਦੋਂ ਆਪਣੇ, ਜਿਨ੍ਹਾਂ ਨੂੰ ਅਸੀਂ ਕਹਿੰਦੇ ਸਾਡੇ ਆਪਣੇ, ਜਿੱਥੇ ਸਾਡੀਆਂ ਭਾਵਨਾਵਾਂ ਜੁੜੀਆਂ ਨੇ, ਉਹੀ ਬੰਦੇ ਇਸ ਤਰੀਕੇ ਨਾਲ ਕਰ ਜਾਣ। ਦੇਖੋ ਅਸੀਂ ਪਾਕਿਸਤਾਨ 'ਚ ਦੇਖਦੇ, ਸਾਡੇ ਸਿੱਖ ਉਂਗਲਾਂ ਤੇ ਗਿਣੇ ਜਾਂਦੇ ਜਿਹੜੇ ਉੱਥੇ ਰਹਿੰਦੇ। ਜੀ, ਲੇਕਿਨ ਸਾਡਾ ਬੜਾ ਵੱਡਾ ਸਰਮਾਇਆ ਉੱਥੇ, ਜੀ, ਗੁਰੂ ਨਾਨਕ ਸਾਹਿਬ ਜੀ ਦਾ ਜਨਮ ਸਥਾਨ ਜਿਹੜਾ ਸਾਡਾ ਮੱਕਾ, ਜੀ, ਉਹਦੇ ਨਾਲ ਜੁੜੀਆਂ ਜ਼ਮੀਨਾਂ, ਜੀ, ਹੋਰ ਸੈਂਕੜੇ ਗੁਰਦੁਆਰੇ ਨੇ, ਪਰ ਉਹਨਾਂ 'ਚੋਂ ਕੀ ਮਜਾਲ ਕੋਈ ਇੱਟ ਵੀ ਹਿੱਲ ਜੇ? ਜੀ, ਕੀ ਮਜਾਲ ਆ ਕਿਤੇ ਕੋਈ ਕੁਤਾਹੀ ਕਰ ਜਾਏ, ਕੋਈ ਗੁਰੂ ਗ੍ਰੰਥ ਸਾਹਿਬ ਨਾਲ ਛੇੜਖਾਨੀ ਕਰ ਜਾਏ? ਜੀ, ਕਦੀ ਸ਼ਿਕਾਇਤ ਨਹੀਂ ਆਈ। ਜੀ, ਇੱਥੇ ਸਾਡੀ ਸਿੰਘ ਸੰਸਕ੍ਰਿਤੀ ਹੈ ਜਿਹੜੀ ਪੰਜਾਬ ਦੇ ਵਿੱਚ, ਜਿੱਥੇ ਅਸੀਂ ਕਹਿੰਦੇ ਅਸੀਂ ਬਹੁਤ ਸੰਮਤੀ ਗਿਣਤੀ ਚ ਜਾਂ ਜੀ, ਜਾਂ ਸਾਡਾ ਬੋਲ ਬਾਲਾ, ਜੀ, ਉੱਥੇ ਹੀ ਬਾਰ-ਬਾਰ ਇਹ ਕਿਉਂ ਹੋ ਰਿਹਾ? ਜੀ, ਹਾਂਜੀ, ਕਿਸੇ ਸਟੇਟ 'ਚ ਨਹੀਂ ਹੋ ਰਿਹਾ। ਜੀ, ਹਿੰਦੂ ਸਟੇਟਾਂ ਨੇ, ਉੱਥੇ ਵੀ ਗੁਰਦੁਆਰੇ ਹੈਗੇ ਗੁਰਦੁਆਰੇ ਨੇ, ਜੀ, ਤੇ ਉਹ ਨਹੀਂ ਹੋ ਰਿਹਾ। ਕੋਈ ਸ਼ਾਰਟ ਸਰਕਟ ਨਹੀਂ ਹੋ ਰਿਹਾ, ਨਹੀਂ ਹੋ ਕੋਈ ਰਿਹਾ। ਪਾਗਲ ਹਮਲਾ ਕਰਨ ਨਹੀਂ ਹੋ ਰਿਹਾ, ਨਹੀਂ ਹੋ ਰਿਹਾ। ਜੀ, ਤੋ ਇਹ 84 ਚ ਹੋਏ ਨੇ, ਉਸ ਤੋਂ ਪਹਿਲਾਂ ਜਾਂ ਉਸ ਤੋਂ ਬਾਅਦ ਇਹੋ ਜਿਹੀ ਸ਼ਿਕਾਇਤ ਨਹੀਂ ਮਿਲੀ। ਜੀ, ਪਰ ਇੱਥੇ ਤੁਸੀਂ ਦੇਖੋ ਵੀ ਇਹ ਨਿਤ ਨਵੇਂ ਦਿਨ ਇਹ ਗੱਲਾਂ ਹੋ ਰਹੀਆਂ ਨੇ, ਤੇ ਹੋ ਰਹੀਆਂ ਨੇ ਬਾਦਲ ਦੇ ਰਾਜ। ਜੀ, ਤੋ ਇੱਕ ਤਮਾਸ਼ਾ ਜਿਹਾ ਬਣ ਗਿਆ ਸਾਡਾ ਧਰਮ ਜਿਹੜਾ ਹੈ, ਉਹਨੂੰ ਪ੍ਰਫੁੱਲਤ ਹੋਣ ਦੀ ਬਜਾਏ ਕਿਤੇ ਤੇ ਇੱਕ ਤੇ ਸਾਡੇ ਲੀਡਰ ਕਹਿੰਦੇ ਨੇ ਕਿ ਰਾਜ ਬਿਨਾਂ ਨੇ ਧਰਮ ਚਲੇ। ਜੀ, 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 ਧਰਮ ਦਿਓ, ਰਾਜ ਦਿਓ, ਫਿਰ ਤਾਂ ਅਸੀਂ ਧਰਮ ਚਲਾਵਾਂਗੇ। ਜੀ, ਜੀ, ਤੇ ਧਰਮ ਦਾ ਬੇੜਾ ਗਰਕ ਕਰ ਗਏ ਰਾਜ ਲੈ ਕੇ। ਜੀ, 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 ਤੋ ਕਿਤੇ ਸਾਨੂੰ ਪੁਰਾਤਨ ਰਹਿਤਨਾਮਿਆਂ 'ਚ ਮਿਲਦੀਆਂ ਗੱਲਾਂ, ਬਚਨ ਮਿਲਦੇ ਨੇ ਕਿ ਜਦੋਂ ਹੋਏਗਾ ਰਾਜ ਤੇ ਸਿੱਖੀ ਖਤਮ ਹੋਊਗੀ। ਜੀ, ਤੋ ਇਹ ਗੱਲਾਂ ਸਾਡੇ ਸਾਹਮਣੇ ਆ ਰਹੀਆਂ। ਜੀ, ਤੋ ਅਸੀਂ ਇਹ ਵੀ ਦੇਖ ਰਹੇ ਹਾਂ ਕਿ ਸਾਡਾ
ਸਾਡੇ ਗੁਰੂ ਸਾਹਿਬ ਜੀ ਦਾ ਉਦੇਸ਼ ਇੱਕ ਕਿ ਧਰਮ ਹੇਤ ਗੁਰਦੇਵ ਪਠਾਏ। ਜੀ ਸਾਡੇ ਗੁਰੂ ਸਾਹਿਬ ਤੇ ਧਰਮ ਲਈ ਗੁਰਦੇਵ ਪਿਤਾ ਨੂੰ ਵਾਰਦੇ ਪਏ, ਜੀ ਆਪਣੇ ਮਾਸੂਮ ਬੱਚਿਆਂ ਦੀਆਂ ਜਾਨਾਂ ਕੱਖ ਕੁਰਬਾਨ ਨਹੀਂ ਕਰਦੇ ਰੱਖਿਆ ਉਹਨਾਂ ਨੇ। ਹਾਂਜੀ 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 ਧੰਨ ਧੰਨ ਗੁਰਦੇਵ ਸੁਤ, ਤਨ ਕੋ ਲੋਭ ਨਾ ਕੀਨ, ਧਰਮ ਰਾਖ ਕਲ ਸਿਉ ਗਏ, ਦਾਦੇ ਸਿਉ ਜਸ ਲੀ। ਜੀ गुरु तेग बहादुर के पोतरे, गोबिंद सिंह के पूत, जी धर्म हेत सीसन दयो, प्रबल पंथ पयो सूत। जी गुरु तेग बहादुर साहब जी की तरह सिदक नहीं दिता, सिर नहीं दिता, जी सीस दे दिता। तो ये गुरु साहब के बच्चों के हिस्से आया कुर्बानी करना, ये साडे लीडर के बच्चे गुरु ग्रंथ साहब नाल खिलवाड़ करना। जी ਅੱਜ ਕਿੰਨੀ ਜੇ ਇਹ ਰਿਪੋਰਟ ਉਹਨਾਂ ਨੇ ਦੇ ਦਿੱਤੀ ਬੜੀ ਤੇ ਕਿੰਨੀ ਨਮੋਸ਼ੀ ਵਾਲੀ ਗੱਲ ਉਹ ਵੀ ਆ। ਅਕਾਲ ਤਖਤ ਵੱਲੋਂ, ਅਕਾਲ ਤਖਤ ਤੋਂ ਸਾਜਾ ਮੈਂ ਜਿੱਦਾਂ ਤੋਂ ਇਹਨਾਂ ਨੇ ਐਲਾਨ ਕੀਤਾ ਕਿ ਅਕਾਲ ਤਖਤ ਦਾ ਜੱਜ ਨਿਯੁਕਤ ਕਰੂ, ਅਕਾਲ ਤਖਤ ਦਾ ਜਥੇਦਾਰ, ਮੈਂ ਉਦੋਂ ਦਾ ਹੈਰਾਨ ਆ ਤੇ ਪਰੇਸ਼ਾਨ ਆ ਕਿ ਇੱਕ ਸਾਡਾ ਗੁਰੂ ਗ੍ਰੰਥ ਸਾਹਿਬ ਜੀ ਦਾ ਅੱਖਰ ਅੱਖਰ ਸਾਡੇ ਗ੍ਰੰਥੀਆਂ ਨੇ ਪੜ੍ਹਿਆ ਜੀ ਤੇ ਉਹਦੇ ਤੋਂ ਵਾਕਫ ਨੇ, ਤੇ ਜਿਹੜੀ ਇੱਕ ਵਿਧੀ ਵਿਧਾਨ ਹੈ ਉਹ ਸਾਡੇ ਤੋਂ ਵੱਧ ਕੋਈ ਜਾਣਦਾ ਨਹੀਂ। ਛਪਾਉਣ ਤੋਂ ਲੈ ਕੇ ਕਾਗਜ਼ ਆਉਣ ਤੋਂ ਲੈ ਕੇ ਛਪਾਉਣ ਤੱਕ, ਸੁੱਖ ਆਸਣ ਤੱਕ, ਜੱਜ ਨੂੰ ਇਹਦੇ ਬਾਰੇ ਕੀ ਪਤਾ। ਜੀ ਤੋ ਜੇ ਜਥੇਦਾਰ ਅਕਾਲ ਤਖਤ ਨਹੀਂ ਇਹਦੀ ਕਰ ਸਕਦਾ ਇਨਕੁਆਰੀ, ਤੇ ਹੋਰ ਕੌਣ ਕਰ ਸਕਦਾ। ਜੇ ਜੱਜ ਨੂੰ ਅਪਾਇੰਟ ਕੀਤਾ ਤਾਂ ਇਹਦਾ ਮਤਲਬ ਜਥੇਦਾਰ ਦੀ ਜਿਹੜੀ ਕਾਬਲੀਅਤ ਉਹ ਵੀ ਸ਼ੱਕ ਦੇ ਘੇਰੇ ਚ ਆ ਗਈ। ਸ਼ੱਕ ਦੇ ਉਹ ਤਾਂ ਸ਼ੱਕ ਹੀ ਸ਼ੱਕ ਆ, ਘੇਰਾ ਤੇ ਹੈ ਹੀ ਜਥੇਦਾਰ ਨੇ ਆਪਣੇ ਆਪ ਨੂੰ ਕੋਈ ਸਥਾਪਿਤ ਨਹੀਂ ਕਰ ਪਾਇਆ ਕਿ ਮੈਂ ਜਥੇਦਾਰ ਹਾਂ, ਮੈਂ ਕੋਈ ਹੁਕਮ ਕਰ ਸਕਦਾ। ਉੱਥੇ ਤੇ ਸ਼ੱਕ ਹੀ ਸ਼ੱਕ ਆ, ਜੀ ਘੇਰਾ ਤੇ ਹੈ ਹੀ ਕਿਤੇ ਨਹੀਂ। ਜੀ ਇੱਕ ਸਾਡੀ ਸੱਚੀ ਪਾਤਸ਼ਾਹੀ ਆ ਅਕਾਲ ਤਖਤ, ਜੀ ਉਸ ਪਾਤਸ਼ਾਹੀ ਦੇ ਉੱਤੇ ਸ਼ਸ਼ੋਭਤ ਹੈ ਪੰਥ ਤੇ ਗ੍ਰੰਥ। ਜੀ ਨਾ ਗ੍ਰੰਥ ਦਾ ਲਾਜ ਰਹੀ ਕਿਤੇ ਇੱਜ਼ਤ ਰਹੀ ਤੇ ਨਾ ਪੰਥ ਨਾ ਦੀ ਰਹੀ। ਪੰਥ ਦੀ ਰਹੀ। ਤੋ ਅੱਜ ਅਸੀਂ ਯਤੀਮਾਂ ਵਾਲੀ ਜ਼ਿੰਦਗੀ ਗੁਜ਼ਾਰਦੇ ਪਏ ਹਾਂ। ਜੀ ਮੈਨੂੰ ਲੱਗਦਾ ਹੈ ਕਿ ਜੇ ਇਹਨਾਂ ਦੀ ਪਲਾਨ ਦੇ ਵਿੱਚ ਕੋਈ ਚੇਂਜ ਨਾ ਆਇਆ ਤੇ ਸਾਨੂੰ ਬੜੇ ਆਉਣ ਵਾਲੇ ਦਿਨਾਂ 'ਚ ਨਮੋਸ਼ੀ ਤੇ ਇੱਕ ਸਾਨੂੰ ਝੂਠਾ ਕਰਨ ਲਈ ਕਿ ਤੁਸੀਂ ਤੇ ਐਵੇਂ ਰੌਲਾ ਪਾਇਆ ਸੀ, ਗੁਰੂ ਸਰੂਪ ਤੇ ਪੂਰੇ ਸੀ। ਜੀ 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 ਤੇ ਮੇਰੀ ਜਾਣਕਾਰੀ ਮੁਤਾਬਕ, ਪੱਕੀ ਜਾਣਕਾਰੀ ਮੁਤਾਬਕ, ਸਰੂਪ ਛਪੇ, ਜੀ ਤਰਨਤਾਰਨ ਰੋਡ ਤੇ ਬੈਂਡਿੰਗ ਹਾਊਸ ਗਏ, ਬੈਂਡਿੰਗ ਹੋ ਕੇ ਆ ਗਏ। ਹੁਣ ਸਿਰਫ ਅਫਸਰ ਨੇ, ਇਨਕੁਆਰੀ ਅਫਸਰ ਨੇ ਉਹਨਾਂ ਨੂੰ ਰੰਗ ਹੁਣ ਦੇਣਾ, ਖਾਨਾ ਪੂਰਤੀ ਕਰਨਗੇ 2-4 ਮਹੀਨੇ 6 ਮਹੀਨੇ ਲਾ ਕੇ ਸਾਨੂੰ ਲਾਹਨਤ ਪਾਉਣੀ ਵੀ ਤੁਸੀਂ ਤੇ ਐਵੇਂ ਰੌਲਾ ਪਾਈ ਜਾਂਦੇ, ਸਰੂਪ ਤੇ ਪੂਰੇ ਆ। ਜੀ 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 ਇਹ ਹੋਣ ਵਾਲਾ ਹੈ ਜੀ ਤੇ ਇਹਦੇ ਲਈ ਮਿਸਯੂਜ਼ ਹੋਇਆ ਅਕਾਲ ਤਖਤ ਦਾ ਜੀ। ਤੇ ਦਿਮਾਗ ਚੱਲਿਆ ਉਹ ਸਹਿਨਸ਼ੀਲਤਾ ਦੇ ਵਿੱਚ ਜਿਉਣ ਵਾਲੇ ਬਜ਼ੁਰਗ ਦਾ, ਜੀ ਬਾਦਲ ਦਾ, ਜਿਸ ਬੰਦੇ ਨੇ ਸਾਡਾ ਫੱਕਾ ਨਹੀਂ ਛੱਡਿਆ, ਸਾਡੀ ਕੌਮ ਦਾ, ਸਾਡੇ ਧਰਮ ਦਾ, ਸਾਡੇ ਪੰਜਾਬ ਦਾ, ਸਾਡੀ ਜ਼ੁਬਾਨ ਦਾ। ਜੀ ਮੈਂ ਤੁਹਾਨੂੰ ਮਾੜਾ ਟੋਕਦਾ, ਜਿਵੇਂ ਤੁਸੀਂ ਵਾਰ-ਵਾਰ ਬਾਦਲ ਸਾਹਿਬ ਦਾ ਜ਼ਿਕਰ ਕਰ ਰਹੇ ਹੋ, ਹੋਰ ਕਿਹਦਾ ਲਈਏ। ਮੈਂ ਇੱਕ ਮੇਰਾ ਸਵਾਲ ਸੁਣੋ ਹਾਂਜੀ ਕਿ ਸਿੱਖ ਪੰਜਾਬ ਦੇ ਵਿੱਚ ਬਹੁ ਗਿਣਤੀ ਦੇ ਨੇ। ਹਾਂ ਹਾਂ ਜੇ ਪ੍ਰਕਾਸ਼ ਸਿੰਘ ਬਾਦਲ ਚਾਹਣ ਚੰਗੀ ਰਾਜਨੀਤੀ ਕਰਕੇ ਸਿੱਖਾਂ ਦੀਆਂ ਵੋਟਾਂ ਨਾਲ ਵੀ ਜਿੱਤ ਸਕਦੇ ਆ, ਉਹਨਾਂ ਨੂੰ ਕੀ ਮਜ਼ਾ ਕੀ ਆ ਰਿਹਾ, ਕੀ ਮਿਲ ਕੀ ਰਿਹਾ ਕਿ ਚੰਦ ਵੋਟਾਂ ਲਈ ਵਾਰ-ਵਾਰ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਵੀ ਕਰਵਾਤੀਆਂ, ਅਕਾਲ ਤਖਤ ਨੂੰ ਵੀ ਜਲੀਲ ਕਰਤਾ, ਤੇ ਵੋਟਾਂ ਕਿੰਨੀਆਂ ਕੁ ਮਿਲੀਆਂ ਸਿਰਫ 1-2 ਜ਼ਿਲ੍ਹਿਆਂ ਦੇ ਵਿੱਚ। ਦੇਖੋ, ਇੱਕ ਤੇ ਇਹਨਾਂ ਨੇ ਗੁਨਾਹ ਕੀਤਾ ਵੀ ਇੰਨਾ ਕਿ ਸਟੇਟ ਮਿਲ ਜਵੇ ਪਰ ਰਾਜ ਮੇਰਾ ਹੋਵੇ। ਜੀ ਉਹਦੇ ਤੇ ਅੱਜ ਵੀ ਸਾਨੂੰ ਹਿੰਦੂ ਵੀਰਾਂ ਦੀ ਲੋੜ ਪੈਣ ਰਹੀ ਹੈ, ਜੀ ਜਿਹੜੀ ਬਾਦਲ ਜੀ ਦੀ ਵਜ੍ਹਾ ਨਾਲ ਰਾਜ ਕਰਕੇ ਗਿਆ। ਜੀ ਇੱਕ ਦੂਸਰਾ ਹੈ ਕਿ ਜਦੋਂ ਵੀ ਧਰਮ ਦਾ ਤਾ ਦਿੱਤਾ, ਅਕਾਲ ਤਖਤ ਦਾ ਯੂਜ਼ ਕੀਤਾ, ਅਕਾਲ ਤਖਤ ਤੇ ਮੋਰਚਾ ਲੱਗਾ, ਸਿੱਖ ਗੁੱਸੇ 'ਚ ਆਏ, ਤਖਤ ਨਾਲ ਲੜਾਈ ਆ, ਇਹ ਗੱਲਾਂ ਕੀਤੀਆਂ, ਮਰਜੀਵੜੇ ਬਣਾਏ, 45 ਮੰਗਾਂ ਦਿੱਤੀਆਂ, ਜੇਲ੍ਹਾਂ 'ਚ ਗਏ, ਗੋਲੀਆਂ ਨਾਲ ਮਰੇ। ਪਰ ਉਹਦੇ ਬਾਅਦ ਜਿਹੜਾ ਗੁੱਸਾ ਸੀਗਾ, ਉਸ ਗੁੱਸੇ ਨੇ ਵੋਟਾਂ ਦੇ ਵਿੱਚ ਆ ਕੇ ਕਾਂਗਰਸ ਨੂੰ ਹਰਾਇਆ ਤੇ ਅਕਾਲੀਆਂ ਨੂੰ ਜਿਤਾਇਆ। ਬਿਲਕੁਲ। ਉਦੋਂ ਇਹ 75 ਸੀਟਾਂ ਲਿਜਾ ਕੇ ਵੀ ਇਹਨਾਂ ਨੂੰ ਗਿਆਨ ਨਹੀਂ ਆਇਆ ਵੀ ਅਸੀਂ ਹੁਣ ਹੀ ਉਸ ਧਰਮ ਨੂੰ ਪ੍ਰਫੁੱਲਤ ਕਰਨ ਲਈ ਉਹਦੇ ਨਾਲ ਇਮਾਨਦਾਰੀ ਨਾਲ ਪੇਸ਼ ਆਈਏ ਤੇ ਪੰਜਾਬ ਦੇ ਲੋਕਾਂ ਦੀ ਸੇਵਾ ਕਰੀਏ। ਜਿਨ੍ਹਾਂ ਨੇ ਇੰਨੀ ਸਰਦਾਰੀ ਬਖਸ਼ੀ, 5 ਵਾਰ ਮੁੱਖ ਮੰਤਰੀ ਬਣਾਤਾ। ਤੇ ਉਹ ਜਦੋਂ 75 ਸੀਟਾਂ ਤੋਂ 40 ਤੇ ਆ ਜਾਂਦਾ ਜੀ, ਤੇ ਫਿਰ ਉਹ ਇਹ ਗੁਨਾਹ ਕਰਦਾ ਜੀ ਕਿ ਮੈਂ ਰਾਜ ਲੈਣਾ ਕਿਹੜੇ ਤਰੀਕੇ ਲਵਾਂ। ਉਹ ਫਿਰ ਜੋੜ ਤੋੜ ਕਰਦਾ, ਸਮਝੌਤੇ ਕਰਦਾ, ਤੇ ਉਹਨਾਂ ਸਮਝੌਤਿਆਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਕੁਰਬਾਨ ਹੁੰਦੇ ਜੀ, ਕਰਵਾਏ ਜਾਂਦੇ ਜੀ। ਹਾਂਜੀ, ਤੋ ਮੈਂ ਬੜਾ ਹੈਰਾਨ ਆ ਕਿ ਇੱਕ ਮੁੱਖ ਮੰਤਰੀ ਹੋਵੇ ਤੇ ਉਹ ਜਿਹੜਾ ਦੋਸ਼ੀ ਆ ਉਹਨੂੰ ਪੁਲਿਸ ਪਾਰਟੀ ਦੇ ਕੇ ਉਹਦੀ ਹਿਫਾਜ਼ਤ ਕਰੇ, ਉਹਦੇ ਖਿਲਾਫ ਕੇਸ ਦਰਜ ਨਾ ਕਰੇ ਜੀ। 3 ਸਾਲ ਹੋ ਜਾਣ, ਉਹਦੇ ਖਿਲਾਫ ਕੇਸ ਦਰਜ ਨਾ ਹੋਵੇ, ਉਹਦੀ ਹਿਫਾਜ਼ਤ ਹੋਵੇ,
ਉਹਨੂੰ ਉਹ ਜਿਹੜੇ ਪੁਲਿਸ ਅਫਸਰ ਨੇ ਬੱਚੇ ਗੋਲੀਆਂ ਨਾ ਮਾਰੇ ਉਹਨਾਂ ਦੀ ਹਿਫਾਜ਼ਤ ਹੋਵੇ, ਬਿਲਕੁਲ ਲੁਕਾਇਆ ਜਾਵੇ। ਜੀ। ਔਰ ਫਿਰ ਆਖਰੀ ਸਮੇਂ ਜੋ ਸਰਕਾਰ ਜਾ ਰਹੀ ਹੈ, ਐਜ ਹੋਮ ਮਿਨਿਸਟਰ ਪ੍ਰਕਾਸ਼ ਸਿੰਘ ਬਾਦਲ ਦੇ ਪੁੱਤਰ ਨੇ ਰਾਮ ਰਹੀਮ ਦੇ ਕੇਸ ਵਾਪਸ ਲੈ, ਜੀ। ਐਫੀਡੇਵਿਟ ਦੇ ਕੇ ਲੈ। ਜੀ। ਕਿਉਂ ਲੈ? ਕੀ ਲੱਗਦਾ ਤੇਰਾ? ਇੱਕ ਸਵਾਂਗ ਰਚਨ ਵਾਲਾ ਕੇਸ ਜਿਹੜਾ ਉਹ ਬਾਦਲ ਨੇ ਵਾਪਸ ਲਿਆ, ਪੰਜਾਬ ਸਰਕਾਰ ਦਾ ਕੇਸ ਸੀ। ਜੀ। ਇਹ ਕਿਉਂ ਲਿਆ? ਤੋ ਸਾਡੇ ਨਾਲ ਜਿਹੜਾ ਸਭ ਤੋਂ ਵੱਡਾ ਜਿਹੜਾ ਗੁਨਾਹ ਕਰਨ ਵਾਲਾ ਸਾਡਾ ਦੋਸ਼ੀ ਉਹ ਪ੍ਰਕਾਸ਼ ਸਿੰਘ ਬਾਦਲ ਤੇ ਉਹਦਾ ਪਰਿਵਾਰ ਹੈ। ਜੀ। ਮੈਂ ਤੁਹਾਨੂੰ ਤੁਸੀਂ ਸ਼ੁਰੂਆਤ ਦੇ ਵਿੱਚ ਇੱਕ ਗੱਲ ਕਹੀ ਸੀ, ਜਿਹੜੀ ਇਨਕੁਆਇਰੀ ਕਰਾਉਣੀ ਹੈ ਪੁਲਿਸ ਤੋਂ ਕਿਉਂ ਨਹੀਂ ਕਰਵਾਈ ਜਾਂਦੀ 267 ਸਰੂਪਾਂ ਦੀ। ਜੀ। ਤੁਹਾਨੂੰ ਲੱਗਦਾ ਨਹੀਂ ਕਿ ਇਹਦੇ ਨਾਲ ਇੱਕ ਹੋਰ ਪਰੰਪਰਾ ਪੈਦਾ ਹੋ ਸਕਦੀ ਹੈ ਸਿੱਖਾਂ ਦੇ ਵਿੱਚ, ਕਿ ਜਿਵੇਂ ਆਪਾਂ ਪਹਿਲਾਂ ਵੀ ਇਤਰਾਜ਼ ਕਰਦੇ ਰਹੇ ਕਿ ਦਰਬਾਰ ਸਾਹਿਬ ਦੇ ਵਿੱਚ ਜਾਂ ਸਿੱਖ ਮਸਲਿਆਂ ਦੇ ਵਿੱਚ ਸਰਕਾਰੀ ਇੰਟਰਫੇਰੈਂਸ ਜਾਂ ਪੁਲਿਸ ਦੀ ਇੰਟਰਫੇਰੈਂਸ ਨਹੀਂ ਹੋਣੀ ਚਾਹੀਦੀ, ਤਾਂ ਜੇ ਆਪਾਂ ਇਸ ਤਰੀਕੇ ਦੀ ਡਿਮਾਂਡ ਕਰਦੇ ਹਾਂ ਤਾਂ ਆਉਣ ਵਾਲੇ ਸਮੇਂ 'ਚ ਵੀ ਪੁਲਿਸ ਦਾ ਇੱਕ ਰਾਹ ਖੁੱਲ੍ਹ ਸਕਦਾ ਵੀ ਉਹ ਜਦ ਮਰਜ਼ੀ। ਮੇਰਾ ਪੁਲਿਸ ਦਾ ਜਿਸ ਤਰ੍ਹਾਂ ਮੈਂ ਕਿਹਾ ਤੇ ਮੇਰਾ ਮਤਲਬ ਸੀਬੀਆਈ ਤੋਂ ਉਹਨਾਂ ਨੇ ਡਿਮਾਂਡ ਕੀਤੀ ਸੀ। ਜੀ। ਤੇ ਨਾ ਸਹੀ ਕੋਈ ਗੱਲ ਨਹੀਂ। ਜੀ। ਮੈਂ ਤੇ ਕਹਿ ਚੁੱਕਾ ਕਿ ਅਕਾਲ ਤਖਤ ਦੇ ਜਹੇਦਾਰ ਤੋਂ ਵੱਧ ਕੀ ਕੋਈ ਜਾਣ ਸਕਦਾ ਗੁਰੂ ਗ੍ਰੰਥ ਸਾਹਿਬ ਬਾਰੇ, ਜ਼ਰੂਰਤ ਵੀ ਕੀ ਹੋ ਸਕਦੀ ਹੈ। ਹਾਂ, ਉਹਦੇ ਸਤਕਾਰ ਬਾਰੇ, ਜੀ, ਉਹਦੇ ਰੱਖ ਰਖਾਅ ਬਾਰੇ, ਜੀ। ਉਹਦੇ ਪੇਪਰ ਆਉਣ ਤੇ ਛਪਾਈ ਹੋਣ ਤੋਂ ਸੁੱਖ ਆਸਣ ਤੱਕ ਜੀ, ਉਹਦੀ ਮਰਿਆਦਾ ਬਾਰੇ। ਤੇ ਫਿਰ ਇਸ ਤੋਂ ਵੱਧ ਜੇ ਇਹ ਫਿਰ ਵੀ ਇਨਕਾਰੀ ਨਹੀਂ ਕਰ ਸਕਦਾ ਜਥੇਦਾਰ, ਤੇ ਕਾਹਦੇ ਲਈ ਨਮਾਇਸ਼ ਰੱਖਣ ਲਈ ਰੱਖਿਆ? ਜੀ। ਜੇ ਕੋਈ ਪ੍ਰੋਬਲਮ ਆਉਂਦੀ ਹੈ ਧਾਰਮਿਕ ਤੇ ਤਾਂ ਕਮੇਟੀ ਬਣਾ ਦਿੰਦੇ। ਜੀ। ਕੀ ਇਹ ਚੰਦਰਮਾ ਦਾ ਸਰਵੇ ਕਰਾਉਣਾ ਇਹਨੇ? ਜੀ। ਤੋਂ ਤੁਸੀਂ ਧਿਆਨ ਨਾਲ ਦੇਖਿਓ, 1926 ਤੋਂ ਲੈ ਕੇ ਅੱਜ ਤੱਕ 100 ਸਾਲ ਹੋਣ ਵਾਲੇ ਆ, ਅਕਾਲ ਤਖਤ ਨੂੰ ਉੱਗਣ ਨਹੀਂ ਦਿੱਤਾ ਇਹਨਾਂ ਲੀਡਰਾਂ ਨੇ। ਜੀ। ਅਕਾਲ ਤਖਤ ਦੀ ਪ੍ਰਭਤਾ ਨੂੰ, ਉਹਦੇ ਤਪ ਤੇਜ ਨੂੰ, ਉਹਦੀ ਪਾਵਰ ਨੂੰ ਪ੍ਰਗਟ ਨਹੀਂ ਹੋਣ ਦਿੱਤਾ। ਜੀ। ਕਿਉਂ ਨਹੀਂ ਹੋਣ ਦਿੱਤਾ? ਕਿਉਂਕਿ ਲੀਡਰੀ ਜਿਹੜੀ ਆ ਪੰਥ ਤੇ ਗ੍ਰੰਥ ਕੋਲ ਨਾ ਹੋਵੇ, ਜੀ। ਸਾਡੇ ਕੋਲ ਹੋਵੇ। ਜੀ। ਜੀ। ਪੰਥ ਤੇ ਗ੍ਰੰਥ ਦੇ ਹੁਕਮ ਸਾਨੂੰ ਪੈਸਾ ਨਹੀਂ ਖਾਣ ਦੇਣਗੇ। ਜੀ। ਅੱਜ ਪ੍ਰਬੰਧਕ ਕਮੇਟੀ ਦਾ ਪੈਸਾ ਐਜੂਕੇਸ਼ਨ ਅਦਾਰੇ ਬਣਾ ਕੇ, ਟਰਸਟ ਬਣਾ ਕੇ ਲੁੱਟ ਰਹੇ ਨੇ। ਕਰੋੜਾਂ ਰੁਪਇਆ ਹਰਮੰਦਰ ਸਾਹਿਬ ਤੋਂ ਦਾਨ ਲੈ ਕੇ ਤੇ ਖਾਲੀ ਕਰਤਾ ਸਾਰਾ ਕੁਝ। ਤੋ ਇਹ ਸਾਰਾ ਕੁਝ ਜੋ ਕੁਝ ਵੀ ਆ ਇਸ ਕਰਕੇ ਆ ਕਿਉਂਕਿ ਨਾ ਪੰਥ ਆ, ਨਾ ਗ੍ਰੰਥ ਆ, ਨਾ ਅਕਾਲ ਤਖਤ ਹੈ। ਜੀ। ਇਹਨਾਂ ਨੂੰ ਪੁੱਛਣ ਵਾਲਾ ਕੋਈ ਨਹੀਂ। ਜੀ। ਤੇ ਜਿੱਦਣ ਅਕਾਲ ਤਖਤ ਆਜ਼ਾਦ ਹੋ ਗਿਆ, ਪੰਥ ਤੇ ਗ੍ਰੰਥ ਦਾ ਸਿਧਾਂਤ ਸੁਸ਼ੋਭਿਤ ਹੋ ਗਿਆ, ਸੁਤੰਤਰ ਹੋ ਗਿਆ, ਉਦੋਂ ਕੋਈ ਲੀਡਰ ਇਹ ਜ਼ੁਰਤ ਨਹੀਂ ਕਰ ਸਕਦਾ। ਇਹ ਮੇਰਾ ਦਾਅਵਾ ਹੈ। ਮੈਂ ਤੁਹਾਨੂੰ ਇੱਕ ਹੋਰ ਛੋਟੀ ਜਿਹੀ ਗੱਲ ਪੁੱਛਦਾ, ਜਿਵੇਂ ਸਰਸੇ ਵਾਲੇ ਨੇ ਸਵਾਂਗ ਰਚਿਆ 2007 ਦੇ ਵਿੱਚ, ਬੜਾ ਰੌਲਾ ਪਿਆ ਇੱਥੇ। ਉਸ ਤੋਂ ਬਾਅਦ ਬਰਗਾੜੀ ਦਾ ਮੋਰਚਾ ਬੜਾ ਲੰਬਾ ਚੱਲਿਆ ਬੇਅਦਬੀਆਂ ਕਰਕੇ, 267 ਸਰੂਪ ਗਾਇਬ ਹੋ ਗਏ ਔਰ ਸਿੱਖਾਂ ਦੇ ਵਿੱਚ ਕੋਈ ਰਿਟੈਲੀਏਸ਼ਨ ਦੀ ਭਾਵਨਾ ਉਸ ਤਰੀਕੇ ਨਾਲ ਨਹੀਂ ਉੱਗੀ ਜਿਸ ਤਰੀਕੇ ਨਾਲ ਉੱਗਣੀ ਚਾਹੀਦੀ ਸੀ ਸ਼੍ਰੋਮਣੀ ਕਮੇਟੀ ਦੇ ਖਿਲਾਫ, ਜਾਂ ਜਿਹੜੇ ਇਹਦੇ ਨਾਲ ਸੰਬੰਧਿਤ ਨੇ ਸਾਰੇ ਮਸਲੇ। ਦੇਖੋ ਜੀ, ਇੰਨੇ ਜ਼ਿਆਦਾ ਮਸਲੇ ਆ ਗਏ, ਇੰਨੀ ਜ਼ਿਆਦਾ ਦਫਾ ਬੇਅਦਬੀ ਗੁਰੂ ਮਹਾਰਾਜ ਦੀ ਹੋਈ ਵੀ ਇਹ ਇੱਥੇ ਢੀਠਤਾਈ ਦਾ ਅੰਤ ਹੋ ਗਿਆ ਲੀਡਰਾਂ ਦੀ ਦਾ। ਉਹ ਜਾਣ ਕੇ ਕਰਵਾਏ ਗਏ ਵੀ ਸਿੱਖ ਸੀਰੀਅਸ ਹੀ ਨਾ ਲੈਣੇ ਇਸ਼ੂ। ਲੀਡਰ ਜਿਹੜਾ ਸਾਡਾ ਜਿਹੜੀ ਪ੍ਰਬੰਧਕ ਕਮੇਟੀ ਆ ਜਾਂ ਉਹਦਾ ਲੀਡਰ ਆ, ਉਹਨੂੰ ਚਲਾਉਣ ਡਿਆ ਜਾਂ ਕਰਵਾਉਣ ਡਿਆ ਸਾਰਾ ਕੁਝ, ਉਹ ਇੱਕ ਪਰਿਵਾਰ ਆ। ਉਹਦੀ ਢੀਠਤਾਈ ਦਾ ਅੰਤ ਨਹੀਂ ਤੇ ਸਾਡੇ ਸਬਰ ਦਾ ਅੰਤ ਹੋ ਗਿਆ। ਜੀ। ਉਹਦੀ ਢੀਠਤਾਈ ਦਾ ਅੰਤ ਤਾਂ ਨਹੀਂ ਹੋਇਆ। ਜੀ। ਉਹ ਅੱਜ ਵੀ ਸਾਨੂੰ ਸਾਡੀਆਂ ਅੱਖਾਂ 'ਚ ਮਿੱਟੀ ਪਾਉਣ ਲਈ ਕਿਹੋ ਜਿਹੀਆਂ ਸਕੀਮਾਂ ਘੜਦਾ ਪਿਆ। ਜੀ। ਆ ਸਾਡੇ ਚੇਤੇ ਨਹੀਂ ਹੋ ਸਕਦਾ ਕਿ ਇਹ ਕੀ ਕਰਨਗੇ। ਬਿਲਕੁਲ। ਤਾਂ ਮੈਨੂੰ ਇਹ ਰਿਪੋਰਟ ਆਉਂਦੇ, ਮੈਂ 3 ਦਫਾ ਦਰਿਆਫਤ ਕੀਤੀ ਹੈ ਕਿ ਵਾਕਈ ਸਰੂਪ ਛਪੇ ਇੰਨੀ ਮਾਤਰਾ 'ਚ। ਜੀ। ਤੇ ਗਏ ਜੀ ਬੈਂਡਿੰਗ ਹਾਊਸ। ਤਾਂ ਮੈਂ ਕਨਫਰਮ ਕੀਤਾ, ਮੈਨੂੰ ਬੜੀ ਤਸੱਲੀ ਨਾਲ ਜਵਾਬ ਮਿਲਿਆ ਕਿ ਹਾਂ ਜੀ। ਅੱਛਾ ਜੀ। ਹਾਂ। ਹੁਣ ਦੇਖੋ ਰਿਪੋਰਟ ਕੀ ਆਉਂਦੀ ਹੈ। ਮੈਂ ਤੁਹਾਨੂੰ, ਤੁਸੀਂ ਆਏ ਹੋ ਗੱਲ ਛੇੜੀ, ਮੈਂ ਦੱਸ ਦਿੱਤਾ, ਮੈਂ ਦੱਸਣਾ ਨਹੀਂ ਸੀ ਚਾਹੁੰਦਾ। ਜੀ। ਪਰ ਮੈਂ ਜੇ ਨਾ ਦੱਸਦਾ ਤੇ ਕੱਲ ਨੂੰ ਇਹਨਾਂ ਹੋ ਸਕਦਾ ਲੋਕਾਂ ਨੇ ਕਹਿਣਾ ਜੀ ਅਕਾਲ ਤਖਤ ਦੀ ਕਮੇਟੀ ਬਣਾਈ, ਇਹਨਾਂ ਨੂੰ ਉਹ ਵੀ ਪਸੰਦ ਨਹੀਂ ਆਈ। ਜੀ। ਹਾਂਜੀ। ਤੋ ਇਹ ਸਾਡੇ ਨਾਲ ਗੁਨਾਹ ਕਰ ਰਿਹਾ, ਕੌਮ ਨੂੰ ਨੀਵਾਂ ਦਿਖਾ ਰਿਹਾ ਹੈ। ਬਾਦਲ ਨੂੰ ਇਹ ਨਹੀਂ ਚਾਹੀਦਾ, ਉਹਦੇ ਪਰਿਵਾਰ ਨੂੰ ਰਹਿਮ ਕਰਨਾ ਚਾਹੀਦਾ ਸਿੱਖਾਂ ਤੇ। ਸਾਡੇ ਨਾਲ ਇੰਨਾ ਭੱਦਾ ਮਜ਼ਾਕ ਨਾ ਕਰੇ, ਸਿੱਖਾਂ ਦਾ ਅੰਤ ਨਾ ਲਵੇ। ਜੀ। ਭਾਈ ਸਾਹਿਬ ਜੀ, ਮੇਰਾ ਇੱਕ ਆਖਰੀ ਸਵਾਲ ਆ, ਜਿਵੇਂ ਬਰਗਾੜੀ ਨਾਲ ਸੰਬੰਧਿਤ ਜਾਂਚ ਹੋ ਰਹੀ ਆ, ਕਿਤੇ ਖੱਟੜਾ ਸਾਹਿਬ ਕਰ ਰਹੇ ਨੇ, ਕਿਤੇ ਕੁੰਵਰ ਵਿਜੇ ਪ੍ਰਤਾਪ ਕਰ ਰਹੇ ਨੇ, ਸੀਬੀਆਈ ਵੀ ਆਪਣਾ ਜ਼ੋਰ ਅਜ਼ਮਾਇਸ਼ ਕਰ ਰਹੀ। ਹਾਲਾਂਕਿ ਸੀਬੀਆਈ ਨੇ ਇੱਕ ਵਾਰੀ ਕਲੀਨ ਚਿੱਟ ਵੀ ਦਿੱਤੀ ਸੀ ਉਹਨਾਂ ਨੂੰ, ਬਾਅਦ ਚੋਂ ਫਿਰ ਪੰਜਾਬ ਪੁਲਿਸ ਨੇ ਫੜ ਲਏ। ਲੇਕਿਨ ਹੁਣ ਇੱਕ ਕੁਐਸਚਨ ਉੱਠ ਰਿਹਾ ਕਿ ਰਣਵੀਰ ਸਿੰਘ ਖੱਟੜਾ ਜੋ DIG ਨੇ, ਉਹ ਉਹਨਾਂ ਦਾ ਬੇਟੇ ਜਿਹੜੇ ਨੇ ਅਕਾਲੀ ਦਲ ਦੇ ਵਿੱਚ ਆ, ਤਾਂ ਕੀ ਉਹ ਨਿਰਪੱਖਤਾ ਦੇ ਨਾਲ ਜਾਂਚ ਕਰਨ ਦੇ ਕਾਬਿਲ ਹੈਗੇ ਨੇ ਜੇ ਉਹਨਾਂ ਦਾ ਬੇਟਾ ਹੀ ਇੱਕ ਧਿਰ ਦੇ ਨਾਲ ਜੁੜਿਆ ਹੋਇਆ? ਇੱਕ ਤਾਂ ਜਿਹੜਾ ਖੱਟੜੇ ਦਾ ਬੇਟਾ ਹੈ ਨਾ, ਉਹਨੇ ਉੱਥੇ ਪਹਿਲਾਂ ਲੜੀ ਸੀ ਆਜ਼ਾਦ ਇਲੈਕਸ਼ਨ। ਜੀ। ਉਹਨਾਂ ਦੇ ਵਿੱਚ ਨਹੀਂ ਸੀ, ਉਹਨੇ ਆਜ਼ਾਦ ਇਲੈਕਸ਼ਨ ਲੜੀ ਸੀ, ਤੋਂ ਉਹਦੇ ਬਾਅਦ ਮੇਰਾ ਖਿਆਲ ਉਹਨੂੰ ਇਹਨਾਂ ਨੇ ਲੈ ਲਿਆ। ਜੀ। ਲੇਕਿਨ ਮੈਂ ਮੰਨਦਾ ਆ ਕਿ
ਇਹ ਜਦੋਂ ਦੀ ਇਹ ਸਿੱਟ ਬਣੀ ਆ, ਜਦੋਂ ਦੀ ਕੰਵਰ ਵਿਜੇ ਪ੍ਰਤਾਪ ਸਿੰਘ ਦੀ ਸਿੱਟ ਬਣੀ ਆ ਜੀ ਤੇ ਸਰਕਾਰ ਦੀ ਢਿੱਲ ਕਰਕੇ ਸਾਨੂੰ ਰਿਜ਼ਲਟ ਨਹੀਂ ਮਿਲਿਆ ਜੀ। ਲੇਕਿਨ ਇਹ ਜੇ ਹੋ ਸਕੇ ਜਾਂ ਸਰਕਾਰ ਚਾਹਵੇ ਜਾਂ ਘੱਟੋ ਘੱਟ ਸਾਡੇ ਜਿਹੜੇ ਪੰਥਕ ਤੈਸ਼ੀ ਵਕੀਲ ਨੇ ਜੀ। ਇਹਨਾਂ ਨੂੰ ਚਾਹੀਦਾ ਹੈ ਕਿ ਹਾਈ ਕੋਰਟ 'ਚ ਇੱਕ ਰਿਟ ਪਟੀਸ਼ਨ ਕਰਨ ਜੀ। ਕਿ ਦੇਖ ਰੇਖ ਲਈ, ਨਿਗਰਾਨੀ ਲਈ ਹਾਈ ਕੋਰਟ ਆਪ ਅਗਵਾਈ ਕਰੇ। ਜੱਜ ਤੇ ਹਾਂ ਕਰ ਸਕਦੇ ਆ ਬਿਲਕੁਲ। ਹਾਈ ਕੋਰਟ ਦੇ ਸਿਟਿੰਗ ਜੱਜ ਜਿਹੜੇ ਜੀ 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 ਉਹ ਹਾਈ ਕੋਰਟ ਆਪ ਨਿਗਰਾਨੀ ਕਰੇ, ਜਿਵੇਂ ਜਸਟਿਸ ਸਾਰੋਂ ਨੇ ਕੀਤੀ। ਜੀ ਜਿਵੇਂ ਜਸਟਿਸ ਸਾਰੋਂ ਨੇ ਆਪਣੀ ਦੇਖ ਰੇਖ ਦੇ ਵਿੱਚ ਉਹ ਆਪਰੇਸ਼ਨ ਕੀਤਾ ਜੀ ਜਿਹੜਾ ਰਾਮ ਰਹੀਮ 'ਚ ਹੋਇਆ, ਉਹ ਤਾਂ ਹੀ ਕਾਮਯਾਬ ਹੋਇਆ, ਸਫਲ ਹੋਇਆ। ਜੀ ਖਟੜਾ ਹੋਵੇ ਜਾਂ ਵਿਜੇ ਪ੍ਰਤਾਪ ਹੋਵੇ, ਸਾਨੂੰ ਕੋਈ ਸ਼ੱਕ ਨਹੀਂ ਜੀ ਕਿ ਇਹ ਖਟੜੇ ਨੇ ਉਦੋਂ ਵੀ ਮਿਹਨਤ ਕੀਤੀ ਸੀ, ਜੀ। ਅੱਜ ਵੀ ਉਹ ਕਰ ਰਿਹਾ ਬਿਲਕੁਲ ਤੇ ਅਸੀਂ ਉੱਤੇ ਸ਼ੱਕ ਨਹੀਂ ਕਰ ਸਕਦੇ। ਜੀ ਕੋਈ ਵੀ ਅਫਸਰ ਜਿਹੜਾ ਆਪਣੀ ਜ਼ਿੰਦਗੀ ਦੀ ਕਮਾਈ ਅਖੀਰ ਤੇ ਆ ਕੇ ਉਹ ਖੂਚ ਨਹੀਂ ਨਹੀਂ ਪਾਉਂਦਾ ਸੁੱਟਦੇ ਹਨ। ਤੇ ਬੇਟੇ ਦੀ ਕੋਈ ਏਡੀ ਵੱਡੀ ਪ੍ਰਾਪਤੀ ਨਹੀਂ ਜਿਹਨੂੰ ਉਹ ਧਿਆਨ 'ਚ ਰੱਖ ਲਵੇ। ਜੀ ਤੋ ਇਹ ਜਿਹੜੀ ਜ਼ਰੂਰਤ ਹੈ ਉਹ ਇਸ ਸਮੇਂ ਆ ਕਿ ਜਿਹੜੇ ਸਾਡੇ ਵਕੀਲ ਨੇ, ਸਾਡੇ ਐਡਵੋਕੇਟ ਨੇ, ਮਨੁੱਖੀ ਅਧਿਕਾਰਾਂ ਲਈ ਲੜਨ ਵਾਲੇ ਨੇ ਜਾਂ ਕੌਮ ਲਈ, ਧਰਮ ਲਈ ਇੱਕ ਟਾਈਮ ਦਿੱਤਾ, ਉਹਨਾਂ ਨੇ ਇੱਕ ਸਫ਼ਰ ਕੀਤਾ ਤੇ ਉਹਨਾਂ ਨੂੰ ਚਾਹੀਦਾ ਕਿ ਹਾਈ ਕੋਰਟ ਦੇ ਰਿਟ ਪਟੀਸ਼ਨ ਕਰਨ ਜੀ। ਕਿ ਹਾਈ ਕੋਰਟ ਇਹਦੇ ਨੂੰ ਡਾਇਰੈਕਸ਼ਨ ਦੇਵੇ, ਹਾਈ ਕੋਰਟ ਇਹਦੇ ਵਾਪਸੀ ਜਵਾਬ ਲਵੇ, ਜੀ ਉਹਦੀ ਜਾਣਕਾਰੀ ਲਵੇ ਵੀ ਕੀ ਹੋਇਆ ਤੇ ਕੀ ਰਹਿ ਗਿਆ, ਉਹਦੀ ਜਵਾਬਦੇਹੀ ਦਿਓ, ਜੀ। ਤਾਂ ਸਾਨੂੰ ਇਹ 'ਚੋਂ ਰਿਜ਼ਲਟ ਮਿਲ ਸਕਦਾ। ਮੈਂ ਭਾਈ ਸਾਹਿਬ ਹੁਣ ਸਮਾਂ ਕਾਫੀ ਹੋ ਗਿਆ ਤੇ ਮੈਂ ਤੁਹਾਨੂੰ ਇੱਕ ਗੱਲ ਆਖਰੀ, ਤੁਸੀਂ ਜਿਵੇਂ ਪੰਥਕ ਜਥੇਬੰਦੀ ਅਕਾਲੀ ਦਲ ਬਣਾਈ ਆ ਤੁਸੀਂ, ਜੀ, ਲਹਿਰ। ਪੰਥਕ ਅਕਾਲੀ ਲਹਿਰ ਬਣਾਈ ਪੰਥਕ ਅਕਾਲੀ ਹੋਈ ਲਹਿਰ, ਹੈ, ਹਾਂਜੀ। ਤਾਂ ਮਤਲਬ ਸਿੱਖਾਂ ਦੇ ਵਿੱਚ ਇਸ ਟਾਈਮ ਬੜੀ ਨਿਰਾਸ਼ਤਾ ਜੁੜੀ ਹੋਈ ਹੈ ਕਿਉਂਕਿ ਵਾਰ-ਵਾਰ ਸਿੱਖਾਂ ਨੇ ਧੋਖੇ ਖਾਧੇ ਆ, ਕਦੀ ਖਾਲਸਾ ਸਰਬੱਤ ਖਾਲਸੇ ਕਰਵਾਇਆ, ਕਦੀ ਬਰਗਾੜੀ ਦੇ ਵਿੱਚ ਜੀ। ਸਾਰਾ ਪੰਥ ਜਦੋਂ ਬਰਗਾੜੀ ਵਿੱਚ ਜਾਣ ਨੂੰ ਤਿਆਰ ਸੀ, ਇੱਕ ਹਨਾ ਚਲੇ ਗਿਆ ਸੀ, ਜਾਂਦੇ ਸੀ ਵੀ ਉੱਥੇ ਜਾਣਾ ਜ਼ਰੂਰੀ ਹੈ, ਹਾਂ। ਉਦੋਂ ਤੁਸੀਂ ਕਹਿੰਦੇ ਸੀ ਵੀ ਨਹੀਂ ਉੱਥੇ ਜਾਣ ਦਾ ਕੋਈ ਫਾਇਦਾ ਨਹੀਂ, ਇਹਨਾਂ ਨੇ ਆਪਣਾ ਜਲੂਸ ਕੌਮ ਦਾ ਕਢਾਉਣਾ, ਉਹ ਕਢਵਾਇਆ ਵੀ ਇਹਨਾਂ ਨੇ। ਜੀ ਜੀ। ਤਾਂ ਮੌਜੂਦਾ ਸਮੇਂ ਦੇ ਅੰਦਰ ਜਿਹੜੀ ਨਿਰਾਸ਼ਾ ਆ ਕੌਮ ਦੇ ਵਿੱਚ, ਜੀ। ਤੁਸੀਂ ਉਸ ਨਿਰਾਸ਼ਾ ਨੂੰ ਕਿਸ ਹੱਦ ਤੱਕ ਕਵਰ ਅਪ ਕਰ ਸਕਦੇ ਹੋ ਔਰ ਕਿੰਨਾ ਕੁ ਤੁਸੀਂ ਕਾਮਯਾਬ ਹੋ ਚੁੱਕੇ ਹੋ ਐਜ਼ ਏ ਪੰਥਕ ਅਕਾਲੀ ਲਹਿਰ ਜਿਹੜੀ ਦੇਖੋ ਤੁਸੀਂ ਬਣਾਈ ਹੈ? ਦੇਖੋ ਜੀ, ਇੱਕ ਤੇ ਸਾਡਾ ਮੁੱਖ ਕੰਮ ਸੀ ਪਿੰਡਾਂ 'ਚ ਜਾ ਕੇ ਜੀ। ਲੋਕਾਂ ਤੱਕ ਪਹੁੰਚ ਕਰ ਰਹੀ, ਲੋਕਾਂ ਨੂੰ ਜਾਣਕਾਰੀ ਦੇਣੀ, ਪ੍ਰਬੰਧਕ ਕਮੇਟੀ ਬਾਰੇ, ਉਹਦੀ ਕਰਪਸ਼ਨ ਬਾਰੇ, ਜੀ। ਉਹਦੇ ਵਿਧੀ ਵਿਧਾਨ ਬਾਰੇ, ਜਿਹੜੇ ਗੁਰੂ ਸਾਹਿਬ ਦੇ ਸਿਧਾਂਤ ਨੇ ਉਹਨਾਂ ਦੀ ਜਾਣਕਾਰੀ ਦੇਣੀ, ਜਿਹੜਾ ਐਕਟ ਹੈ ਉਹਦੀ ਜਾਣਕਾਰੀ ਦੇਣੀ। ਜੀ ਤੋ ਇਹ 'ਚ ਅਸੀਂ ਸਫਲ ਹੋਏ ਬਹੁਤ। ਜੀ ਇਹ ਸਾਡੇ 'ਚ ਘਾਟ ਸੀ, ਸਾਡੇ ਕੋਲ ਵਰਕਰ ਹੈ ਨਹੀਂ ਸੀ, ਜੀ ਸਾਡੀ ਵੋਟ ਨਹੀਂ ਸੀ ਬਣਦੀ, ਸਾਡੇ ਬੂਥ ਤੇ ਬੈਠਣ ਵਾਲਾ ਕੋਈ ਹੈ ਨਹੀਂ ਸੀ। ਜੀ ਵੋਟ 6-6 ਵਜੇ ਤੱਕ ਬਾਦਲ ਦੀਆਂ ਵੋਟਾਂ ਪੈਂਦੀਆਂ ਸੀ। ਪਰ ਮੈਨੂੰ ਇਹ ਆ ਕਿ ਤਸੱਲੀ ਕਿ ਅਸੀਂ ਜਦੋਂ ਇੱਕ ਵਾਰੀ ਇਲੈਕਸ਼ਨ ਲੜੀ, ਅਸੀਂ ਮੈਂ ਤੇ ਬਾਬਾ ਬੇਦੀ ਜੀ ਨੇ ਅਗਵਾਈ ਕਰਕੇ ਇਹਨਾਂ ਨੂੰ ਸਾਰਿਆਂ ਨੂੰ, ਪਰ ਸਾਡੇ ਕੋਲ ਕੋਈ ਵਰਕਰ ਨਹੀਂ, ਏਕਤਾ ਤੇ ਇਤਫਾਕ ਦੀ ਬਰਕਤ ਹੈ ਨਹੀਂ, ਜੀ ਪੈਸਾ ਨਹੀਂ ਲਾਇਆ, ਇੱਕ ਦੂਸਰੇ ਦਾ ਵਿਰੋਧ ਹੋਇਆ, ਤੋ ਬੂਥ ਤੇ ਵੋਟਾਂ ਜਾਲੀ ਪਈਆਂ 6-6 ਵਜੇ ਤੱਕ। ਜੀ। ਉਹਦੇ ਬਾਵਜੂਦ ਵੀ ਅਸੀਂ ਬਾਦਲ ਦੀਆਂ ਵੋਟਾਂ ਚੋਂ 43% ਵੋਟ ਲੈ ਗਏ ਅੱਛਾ ਜੀ। ਤੇ 33 ਬੰਦੇ ਲੈ ਗਏ ਜੀ ਜਿਹੜੇ ਮੈਂਬਰ ਸੀ। ਸ਼੍ਰੋਮਣੀ ਸਾਨੂੰ ਕਮੇਟੀ। ਬੜੀ ਵਧੀਆ ਪ੍ਰਾਪਤੀ ਹੋਈ ਸੀ, ਸਾਡੇ ਕੋਲ ਕੁਝ ਨਹੀਂ ਸੀ ਔਰ 20 ਦਿਨ ਦਾ ਸਮਾਂ ਮਿਲਿਆ। ਜੀ ਜੀ ਹੁਣ ਮੈਂ 2.5 ਸਾਲ ਤੋਂ ਲੱਗਾ ਹਾਂ। ਜੀ ਇੱਕ ਤਾਂ ਅਸੀਂ ਪ੍ਰਭਾਵ ਪਾ ਰਹੇ ਹਾਂ ਸੈਂਟਰ ਸਰਕਾਰ ਤੇ ਕਿ ਉਹ ਇਮੀਡੀਏਟਲੀ ਇਲੈਕਸ਼ਨ ਕਰਾਵੇ, ਜੀ ਕਿਉਂਕਿ ਇਹ ਸਿੱਖਾਂ ਦੀ ਆਪਣੀ ਸਰਕਾਰ ਆ। ਇਹ ਸਾਡੀ ਪ੍ਰਬੰਧਕ ਕਮੇਟੀ ਜਿਹੜੀ ਉਹਦੇ ਵਿੱਚ ਦਖਲਅੰਦਾਜ਼ੀ ਸਰਕਾਰ ਨੂੰ ਨਹੀਂ ਕਰਨੀ ਚਾਹੀਦੀ ਜੀ ਔਰ ਕਿਸੇ ਨੂੰ ਕਿਸੇ ਦਾ ਹਿੱਤ ਨਹੀਂ ਪਾਲਣਾ ਚਾਹੀਦਾ ਜਿਵੇਂ ਉਹ ਬਾਦਲ ਦਾ ਪਾਲ ਰਿਹਾ। ਜੀ ਫਿਰ ਇਲੈਕਸ਼ਨ ਹੋਣ, ਸਾਡੀ ਨਵੀਂ ਲੀਡਰਸ਼ਿਪ ਨਿਕਲੇ, ਸਾਡੇ ਨੌਜਵਾਨ ਵੀਰ ਜਿਹੜੇ ਇਹ 'ਚ ਹਿੱਸਾ ਲੈਣ ਤੇ ਇਮਾਨਦਾਰ ਜਿਹੜੇ ਗੁਰਸਿੱਖ ਨੇ ਉਹ ਪ੍ਰਬੰਧਕ ਕਮੇਟੀ ਦੇ ਵਿੱਚ ਐਂਟਰ ਹੋਣ, ਜੀ। ਉਹ ਪ੍ਰਬੰਧਕ ਕਮੇਟੀ ਦੀ ਹੋਣੀ ਨਾਲ ਜਸਟਿਸ ਕਰਨ, ਸਾਡੇ ਗਰੀਬ ਬੱਚਿਆਂ ਨੂੰ ਇਨਸਾਫ ਮਿਲੇ, ਉਹਨਾਂ ਨੂੰ ਕੋਈ ਪੜ੍ਹਾਈ ਲਿਖਾਈ ਲਈ ਫਾਇਦਾ ਮਿਲੇ, ਲਾਭ ਮਿਲੇ। ਕੋਈ ਗਰੀਬ ਵਿਧਵਾ ਬੀਬੀ ਆ ਉਹ ਰੋਵੇ ਨਾ, ਉਹ ਇਹ ਨਾ ਕਵੇ ਵੀ ਮੇਰਾ ਕੋਈ ਨਹੀਂ, ਉਹ ਗੁਰੂ ਨਾਨਕ ਨੂੰ ਆਪਣੇ ਪਿਤਾ ਮੰਨ ਕੇ ਉਹਦੇ ਦਰ ਤੋਂ ਖਾਵੇ। ਜੀ ਜੋ ਕੋਈ ਬਿਮਾਰ ਆ ਤਾਂ ਉਹਦਾ ਇਲਾਜ ਹੋਵੇ, ਜੇ ਯਾਤਰੂ ਆ ਤੇ ਉਹਨੂੰ ਸਹੂਲਤ ਮਿਲੇ। ਤੋ ਬਹੁਤ ਸਾਰੇ ਕੰਮ ਨੇ ਪਰਉਪਕਾਰ ਦੇ ਜਿਹੜੇ ਗੁਰੂ ਸਾਹਿਬ ਸਾਨੂੰ ਦੇ ਗਏ ਆ, ਜੀ ਉਹ ਅੱਜ ਹੈ ਨਹੀਂ। ਅੱਜ ਆਨਰੇਰੀ ਸੇਵਾ ਖਤਮ ਹੋ ਗਈ, ਕਾਰ ਸੇਵਾ ਖਤਮ ਹੋ ਗਈ, ਠੇਕੇਦਾਰੀ ਸਿਸਟਮ ਆ ਗਿਆ। ਜੀ ਅੱਜ ਜਿਹੜੀ ਧਰੋਹਰ ਸੀ ਧਰਮ ਦੀ, ਉਹ ਅੱਜ ਬਾਦਲ ਦਾ ਇਕੱਲੇ ਦਾ ਪਲੇਟਫਾਰਮ ਬਣੀ ਪਈ ਆ। ਜੀ ਕੌਮ ਲਿਲਕਦੀ ਪਈ ਆ, ਵਿਲਕਦੀ ਪਈ ਆ। ਜੀ ਸਾਡੀ ਬਾਂਹ ਫੜਨ ਵਾਲਾ ਕੋਈ ਨਹੀਂ। 30-30 ਸਾਲ ਹੋ ਗਏ ਬੱਚੇ ਜੇਲ੍ਹਾਂ 'ਚ ਰੁਲਦੇ ਪਏ ਆ। ਜੀ ਜੀ ਕੋਈ ਧਿਰ ਹੋਵੇ, ਕੋਈ ਸਥਾਨ ਹੋਵੇ, ਕੋਈ ਪਾਵਰ ਹੋਵੇ ਤਾਂ ਉਥੋਂ ਗੱਲ ਕੀਤੀ ਜਾਵੇ, ਥਾਂ ਪੈਂਦੀ ਆ। ਬਿਲਕੁਲ। ਸੀਐਮ ਆਪ ਹੋਵੇ, ਪ੍ਰਬੰਧਕ ਕਮੇਟੀ ਕੋਲ ਹੋਵੇ, ਅਕਾਲ ਤਖਤ ਕੋਲ ਹੋਵੇ ਤੇ ਇਹੀ ਨਾ ਆਵਾਜ਼ ਉਠਾਵੇ ਤੇ ਸਾਡੀ ਆਵਾਜ਼ ਕੌਣ ਸੁਣੂਗਾ? ਜੀ 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 ਤੋਂ ਅਸੀਂ ਇਹ ਚੇਂਜ ਲਿਆਵਾਂਗੇ, ਇਹ ਦਾਵਾ ਹੈ। ਜੀ ਬਾਕੀ ਕੋਸ਼ਿਸ਼ ਕਰਨੀ, ਉਦਮ ਕਰਨਾ ਸਿੱਖ ਦਾ ਕੰਮ ਹੈ। ਬਿਲਕੁਲ। ਫਲ ਪ੍ਰਦਾਤਾ ਪਰਮਾਤਮਾ।
ਜੇ ਅਸੀਂ ਪ੍ਰਬੰਧਕ ਕਮੇਟੀ ਦੀ ਇਲੈਕਸ਼ਨ ਲੜਦੇ ਆ, ਲੋਕ ਸਾਨੂੰ ਨਾਲ ਸਹਿਯੋਗ ਦਿੰਦੇ ਆ, ਇਮਾਨਦਾਰ ਲੋਕ, ਜੀ। ਬਿਨਾਂ ਮੈਂ 40 ਸਾਲ ਦਾ ਮੇਰਾ ਜੀਵਨ ਆ, ਖੁੱਲੀ ਕਿਤਾਬ ਦੀ ਤਰ੍ਹਾਂ ਸਾਰਿਆਂ ਦੇ ਸਾਹਮਣੇ। ਮੈਂ ਪਾਰਟੀਆਂ ਨਹੀਂ ਬਦਲੀਆਂ, ਜੀ, ਜੀ। ਮੈਂ ਰਾਜਸੀ ਲਾਹਾ ਨਹੀਂ ਲਏ, ਜੀ। ਮੈਂ ਗੁਰੂ ਦੇ ਮਿਸ਼ਨ ਨੂੰ ਸਮਰਪਿਤ ਆ ਤੇ ਰਹੂੰਗਾ ਜਿੰਨੀ ਕੁ ਜ਼ਿੰਦਗੀ ਆ। ਜੀ। ਤੇ ਕੋਈ ਸਾਥ ਦੇਵੇ ਤਾਂ ਵੀ, ਨਾ ਦੇਵੇ ਤਾਂ ਵੀ ਮੈਂ ਚੱਲਦਾ ਰਹੂੰਗਾ। ਜੀ। ਹਾਂਜੀ ਭਾਈ ਸਾਹਿਬ, ਤੁਸੀਂ ਸਮਾਂ ਦਿੱਤਾ ਔਰ ਅਸੀਂ ਵੀ ਸਾਡੀਆਂ ਸ਼ੁਭ ਇਛਾਵਾਂ ਤੁਹਾਡੇ ਨਾਲ ਨੇ ਕਿ ਤੁਸੀਂ ਮਿਹਰਬਾਨੀ। ਕੌਮ ਦੀ ਡੁੱਬਦੀ ਬੇੜੀ ਆ, ਕਿਸੇ ਤਰੀਕੇ ਨਾਲ ਇਹਦਾ ਚੱਪੂ ਬਣ ਕੇ, ਸੇਵਾਦਾਰ ਬਣ ਕੇ ਇਹਨੂੰ ਕੰਢੇ ਲਾਇਆ ਜਾਵੇ। ਸੋ ਗੁਰੂ ਸਾਹਿਬ ਦਾ ਵੀ ਇੱਕ ਬਚਨ ਆ ਕਿ ਤਖਤ ਰਾਜਾ ਸੋਭ ਹੈ ਜੇ ਤਖਤੈ ਲਾਇਕ ਹੋਏ, ਕਿ ਤਖਤ ਦੇ ਉੱਪਰ ਉਹੀ ਇਨਸਾਨ ਬੈਠਣਾ ਚਾਹੀਦਾ ਜੋ ਤਖਤ ਦੇ ਲਾਇਕ ਹੈਗਾ। ਉਹ ਤਖਤ ਕਿਸੇ ਵੀ ਅਹੁਦੇ ਨੂੰ ਕਿਹਾ ਜਾ ਸਕਦਾ, ਕਿਸੇ ਵੀ ਜ਼ਿੰਮੇਵਾਰ ਅਹੁਦੇ ਨੂੰ। ਹੁਣ ਇਹ ਸਿੱਖ ਫੈਸਲਾ ਕਰ ਲੈਣ ਕਿ ਉਹਨਾਂ ਨੇ ਸਿਰਫ ਧਰਨੇ ਮੁਜ਼ਾਹਰੇ ਹੀ ਕਰੀ ਜਾਣੇ ਆ ਜਾਂ ਕੋਈ ਆਪਣਾ ਸਿਆਸੀ ਤੇ ਧਾਰਮਿਕ ਹੱਲ ਕੱਢਣਾ ਹੈ, ਸ਼੍ਰੋਮਣੀ ਕਮੇਟੀ ਦੇ ਵਿੱਚ ਚੇਂਜ ਲਿਆਉਣਾ ਹੈ, ਪੰਜਾਬ ਦੀ ਸਿਆਸਤ ਦੇ ਵਿੱਚ ਚੇਂਜ ਲਿਆਉਣਾ, ਕਿਉਂਕਿ ਜੇ ਧਰਮੀ ਲੋਕ ਜਾਂ ਤਖਤ ਦੇ ਉੱਪਰ ਲਾਇਕ ਲੋਕ ਬੈਠਣਗੇ ਤਾਂ ਉਹੀ ਚੇਂਜ ਲਿਆ ਸਕਦੇ ਆ। ਬੇਈਮਾਨ ਬੰਦਾ ਤਾਂ ਬੇਈਮਾਨੀ ਹੀ ਕਰੇਗਾ। ਹੁਣ ਇਹ ਗੱਲ ਸਿੱਖਾਂ ਦੇ ਉੱਪਰ ਢੁਕਦੀ ਆ ਕਿ ਉਹ ਆਪਸ ਦੇ ਵਿੱਚ ਏਕਤਾ ਕਰਕੇ, ਮਨ ਮੁਟਾਵ ਖਤਮ ਕਰਕੇ, ਇੱਕ ਕੌਮੀ ਝੰਡੇ ਦੇ ਥੱਲੇ ਇਕੱਠੇ ਹੋ ਕੇ, ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗ ਕੇ ਇੱਕ ਸਾਂਝੀ ਗੱਲ ਕਰਦੇ ਹੋਏ ਸਿਆਸੀ ਤੇ ਧਾਰਮਿਕ ਸਮੱਸਿਆਵਾਂ ਦੇ ਹੱਲ ਕੱਢਣ ਦੀ ਕੋਸ਼ਿਸ਼ ਕਰਨ। ਉਹ ਹੱਲ ਤਾਂ ਹੀ ਨਿਕਲਣਗੇ ਕਿਉਂਕਿ ਅਸੀਂ ਡੈਮੋਕ੍ਰੇਸੀ ਦੇ ਵਿੱਚ ਰਹਿੰਦੇ ਹਾਂ ਔਰ ਇਹਦਾ ਹੱਲ ਸਿਰਫ ਤੇ ਸਿਰਫ ਵੋਟ ਬੈਂਕ ਜੇ ਸਾਡਾ ਜਿੰਨਾ ਇਕੱਠਾ ਰਹੂਗਾ ਅਸੀਂ ਉਨੀ ਹੀ ਆਪਣੀ ਤਾਕਤ ਵਧਾ ਸਕਦੇ ਹਾਂ। ਸੋ ਭਾਈ ਸਾਹਿਬ ਦਾ ਅਸੀਂ ਧੰਨਵਾਦ ਕਰਦੇ ਹਾਂ ਫਿਰ ਤੋਂ, ਇਹਨਾਂ ਨੇ ਸਮਾਂ ਦਿੱਤਾ।